क्यों सचियारा हुई है, क्यों सचियारा हुई है, क्यों सचियारा, क्यों सचियारा, क्यों सचियारा हुई है। किम कूड़े टुटे पाल, किम कूड़े टुटे पाल। हुक्म रज़ाई चलना, हुक्म रज़ाई चलना, नानक लिखे आना, नानक लिखे आना। क्यों सचियारा हुई है, क्यों सचियारा हुई है। किम कूड़े टुटे पाल, किम कूड़े टुटे पाल। हुक्म रज़ाई चलना, हुक्म रज़ाई चलना, नानक लिखे आना, नानक लिखे आना। क्यों सचियारा हुई है, क्यों सचियारा, क्यों सचियार, क्यों सचियारा हुई है। प्यारी साध संगत जी, असी अपनी 35 नंबर पौड़ी जिस दा असी पाठ कल कर चुके हाँ, उत्थे तक पहुँचण वास्ते असी निमाणा जिहा ये यतन कीता सी कि जपजी साहब दे बारे पहलां असी सुनिया होया है कि कुछ पौड़ियाँ मुसलमान पीर फकीर दस्तगीर दे सामने गल होई, या कुछ लोग कहंदे ने कुछ पौड़ियाँ सिद्धां जोगियां दे नाल आदेश से आदेश दियां होईयां। डिफरेंट जगह ते गलबात हुई, बाद विच उहनूं इकट्ठा कंपाइल कर दिता गया जपजी साहब विच। पर जदों असीं जपजी साहब नूं लड़ीवार इकट्ठियां पढ़दे हाँ तो बहुत विस्मादत गल एक सामने आंदी है कि जिस नम्रता विच, हंबलनैस विच एक मन ने जाचना कीती है, गुरु पातशाह उस अवस्था नूं सवाल बना के पेश करते हैं बई क्यों सचियारा हुई है, भी सचियारा किवें बनी है। ये जपजी साहब का सवाल है। और जदों असी पहली पौड़ी नूं पढ़ते हाँ तो पहली पौड़ी के आखिर विच आंदा हुक्म रज़ाई चलना। हुण नवे इंसान नूं नहीं पता हुक्म की चीज़ है, इस करके हुक्म की गल पौड़ी नंबर 2 विच कीती जाती है, हुक्मी होवन आकार। इस तरह जदों असी जपजी साहब नूं बहुत सहज नाल दे नाल विचारदे पढ़ रहे सी, समझण दा यतन कर रहे सी, तां साफ प्रतख नज़र आ रहा सी पहली पौड़ी विच जो गलबात कीती गई उसनूं इंटरलिंक करके दूजी पौड़ी नूं विचारिया, तो दूजी तो तीजी तो चौथी करते करते जदों असी 38 पौड़ी तक पहुँचे तो साफ एक यूनीक लड़ी परोती हुई कंटीन्यूअस विचार सामने आंदी है कि कुड़ियार तो सचियार बनन दी यात्रा की गई है और उसनू जिसने कुड़ियार तो सचियार बनना है
ਉਹ ਜਦੋਂ ਕੰਪਲੀਟ ਵਿਰਲਾ ਬਣ ਜਾਂਦਾ ਹੈ ਤਾਂ ਉਸ ਦੀ ਵਿਰਲੇ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਕੂੜ ਉਸ ਦੀ ਉਤਰ ਜਾਂਦੀ ਹੈ, ਉਹ ਵਿਰਲਾ ਬਣ ਜਾਂਦਾ ਹੈ। ਇਸ ਕਰਕੇ ਸਾਡੀ ਪੁਸਤਕ ਜਿਹੜੀ ਸਚਿਆਰਾ ਕਿਵੇਂ ਬਣੀ ਹੈ, ਉਹਦੇ ਵਿੱਚ ਅਸੀਂ ਇਹ ਸਾਂਝ ਕੀਤੀ ਹੈ, ਵਿਰਲਾ ਮਨ ਕੋਏ ਬਣਨ ਵਾਲਾ, ਕੁੜਿਆਰ ਤੋਂ ਸਚਿਆਰ ਬਣਨ ਦੀ ਜਾਚਨਾ ਕਰਨ ਵਾਲਾ, ਸਿੰਸੀਅਰ ਸੀਕਰ, ਸਿੰਸੀਅਰ ਡਿਸਾਈਪਲ। ਡਿਸਾਈਪਲ ਵੀ ਕਿਹਨੂੰ ਕਹਿੰਦੇ ਨੇ? ਜੋ ਡਿਸਿਪਲਿਨ ਵਿੱਚ ਰਹਿੰਦਾ ਹੈ। ਔਰ ਡਿਸਿਪਲਿਨ ਵਿੱਚ ਜਿਹੜੇ ਬਾਹਰਲੇ ਸਾਡੇ ਉੱਤੇ ਡਿਸਿਪਲਿਨ ਥੋਪੇ ਜਾਂਦੇ ਨੇ, ਉਹ ਡਿਸਿਪਲਿਨ 'ਤੇ ਇਨਸਾਨ ਆਪਣੇ ਵੱਲੋਂ ਬੜੇ ਯਤਨ ਕਰਦਾ ਹੈ, ਉਸ ਡਿਸਿਪਲਿਨ ਨੂੰ ਫੋਲੋ ਨਹੀਂ ਕਰ ਪਾਉਂਦਾ ਹੈ। ਪਰ ਅੰਦਰ ਦੀ ਆਵਾਜ਼ ਨੂੰ ਸੁਣ ਕੇ ਉਸ ਅਨੁਸਾਰ ਜੀਣ ਦੀ ਜਾਂਚ ਜਦੋਂ ਦ੍ਰਿੜ ਸੁਭਾਅ ਬਣ ਜਾਂਦਾ ਹੈ, ਇਹ ਅੰਦਰ ਦਾ ਡਿਸਿਪਲਿਨ, ਇਹ ਅੰਦਰ ਦਾ ਸ਼ਾਸਤਰ, ਇਹ ਜਾਂਚ ਜਦੋਂ ਆ ਜਾਂਦੀ ਹੈ, ਦ੍ਰਿੜ ਸੁਭਾਅ ਹੋ ਜਾਂਦਾ ਹੈ, ਉਹ ਕੁੜਿਆਰ ਤੋਂ ਸਚਿਆਰ ਬਣ ਜਾਂਦਾ ਹੈ। ਕੁੜਿਆਰ ਤੋਂ ਸਚਿਆਰ ਅਸੀਂ ਮਰਨ ਤੋਂ ਬਾਅਦ ਨਹੀਂ ਬਣਨਾ ਹੈ। ਕਿਉਂ? ਕਿਉਂਕਿ ਮੇਰਾ ਸਾਰਾ ਜੀਵਨ ਇੱਥੇ ਮੈਂ ਨਰਕੀ ਜੀਵਨ ਬਿਤਾਵਾਂ, ਸਾਰਾ ਜੀਵਨ ਮੈਂ ਅਵਗੁਣਾਂ ਨਾਲ ਭਰਿਆ ਜੀਵਨ ਬਿਤਾਵਾਂ, ਤੇ ਮਰਨ ਤੋਂ ਬਾਅਦ ਦੀ ਕੋਈ ਮੈਨੂੰ ਫਿलॉसफी सुनी जाए, ऐसे करने से ऐसे तुम्हारे पाप दूर हो जाएंगे, ऐसे तुम्हारी अस्थियों को फलानी जगह पे हम जल में प्रवाह कराएंगे, या तुम्हारा संस्कार हम ऐसे कर देंगे, या ऐसे करने से फलाना पाठ करने से फलानी जगह भोग पवाने से तुम्हारे पाप काटे जाएंगे, ਤਾਂ ਅਸੀਂ ਇਸ ਗੱਲ ਤੋਂ ਬਹੁਤ ਜ਼ਿਆਦਾ ਕਨਵਿੰਸ ਹੁੰਦੇ ਹਾਂ ਕਿ ਸ਼ੁਕਰ ਹੈ ਮੈਂ ਆਪਣੀ ਮਨਮਾਨੀਆਂ ਕਰ ਸਕਦਾ ਹਾਂ। ਦੂਜੀ ਗੱਲ, ਜਦੋਂ ਮਨ ਐਸਕੇਪ ਕਰਨਾ ਚਾਹੁੰਦਾ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇੱਕ ਪੁਸਤਕ ਅੱਜ ਤੋਂ 35-40 ਸਾਲ ਪਹਿਲਾਂ ਮੈਂ ਪੜ੍ਹੀ ਸੀ, ਉਹਦੇ ਵਿੱਚ ਉਹਨਾਂ ਨੇ ਇੱਕ, ਉਸ ਪੁਸਤਕ ਦਾ ਨਾਂ ਸੀ ਬੁਰਾਈ ਦਾ ਟਾਕਰਾ। ਉਹਦੇ ਵਿੱਚ ਕਹਿੰਦੇ ਨੇ, ਜੇਕਰ ਇਹ ਮੰਨ ਹੀ ਲਿਆ ਜਾਏ ਕਿ ਮੇਰਾ ਮਨ ਸ਼ੈਤਾਨ ਹੈ ਔਰ ਉਸ ਦੇ ਵਾਸਤੇ ਕੋਈ ਉਦਮ ਨਾ ਕੀਤਾ ਜਾਏ, ਤਾਂ ਮਨ ਸ਼ੈਤਾਨ ਹੀ ਬਣਾ ਦਿੰਦਾ ਹੈ। ਇਸ ਕਰਕੇ ਉਹਨਾਂ ਨੇ ਉਸ ਪੁਸਤਕ ਦਾ ਨਾਂ ਰੱਖਿਆ ਬੁਰਾਈ ਦਾ ਟਾਕਰਾ। ਔਰ ਉਹਦੇ ਵਿੱਚ ਉਹ ਕਹਿੰਦੇ ਨੇ ਅਚੇਤ ਮਨ ਔਰ ਸੁਚੇਤ ਮਨ, ਇਹ ਵਾਲਾ ਆਰਟੀਕਲ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਮਨ ਨੂੰ ਕਦੇ ਮੰਨਣ ਨਾ ਦਿਓ ਕਿ ਬਈ ਮੈਂ ਸ਼ੈਤਾਨ ਹੀ ਹਾਂ, ਮੇਰੇ ਮਨ ਦੇ ਹੀ ਖਿਆਲ ਹਨ। ਨਾਲ ਜਾਚਨਾ ਕੀਤੀ ਜਾਏ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਇਹ ਤੇ ਜਾਚਨਾ ਹੈ ਕਿ ਮੈਂ ਆ ਕੇ ਸਰੈਂਡਰ ਕੀਤਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਧਾਰਿਆ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਉਹ ਰੱਬ ਜੀ ਮੈਨੂੰ ਆਪਣੀ ਸੱਚ ਦੀ ਸੰਗਤ ਵਿੱਚ ਰੱਖੋ ਤਾਂ ਕਿ ਮੇਰੀ ਕੂੜ ਉਤਰ ਜਾਏ। ਜੇਕਰ ਸਾਡੇ ਘਰਾਂ ਵਿੱਚ ਇੱਕ ਬੱਚਾ ਹੋਵੇ ਜਾਂ 2-3 ਬੱਚੇ ਹੋਣ ਔਰ ਸਾਰੇ ਵੱਡੇ ਮਿਲ ਕੇ ਇੱਕ ਬੱਚੇ ਨੂੰ ਕਹਿਣ ਇਹ ਸ਼ੈਤਾਨ ਹੈ, ਇਹ ਪੜ੍ਹਦਾ ਨਹੀਂ ਹੈ, ਇਹ ਵਿਹਲੀਆਂ ਗੱਲਾਂ ਕਰਦਾ ਹੈ, ਇਹ ਫ਼ੋਨ 'ਤੇ ਲੱਗਾ ਰਹਿੰਦਾ ਹੈ, ਇਹ ਪੜ੍ਹਾਈ ਢੰਗ ਨਾਲ ਨਹੀਂ ਕਰਦਾ, ਜਦੋਂ ਦਿਨ ਰਾਤ ਉਸ ਬੱਚੇ ਨੂੰ ਕਹਿੰਦੇ ਨੇ ਤਾਂ ਉਹ ਬੱਚਾ ਫਿਰ ਸਟੱਬਨ ਹੋ ਜਾਂਦਾ। ਉਹ ਕਹਿੰਦਾ ਹਾਂ ਮੈਂ ਸ਼ੈਤਾਨ ਹਾਂ। ਉਹ ਵੇਲੇ ਸਿਰ ਸੁੱਤਾ ਰਹੇਗਾ, ਅੰਮ੍ਰਿਤ ਵੇਲੇ ਉੱਠੇਗਾ ਨਹੀਂ, ਮਾਂ ਪਿਓ ਦੇ ਨਾਲ ਜ਼ਿੱਦਾਂ ਕਰੇਗਾ ਔਰ ਘਰੋਂ ਰੁੱਸ ਕੇ ਚਲਾ ਜਾਏਗਾ, ਸਿੱਧੇ ਪਾਸੇ ਨਹੀਂ ਪਏਗਾ, ਕਿਉਂਕਿ ਬੱਚੇ ਨੇ ਇਹ ਮੰਨ ਹੀ ਲਿਆ ਹਾਂ ਹਾਂ ਚੰਗਾ ਫਿਰ ਮੈਂ ਭੈੜਾ ਹੀ ਹਾਂ। ਨੈਵਰ ਲੈਟ ਯੂਅਰ ਮਨ ਐਕਸੈਪਟ ਦਿਸ ਕਿ ਜੇਕਰ ਮੈਂ ਕੂੜਾ ਹਾਂ, ਕੁੜਿਆਰ ਹਾਂ, ਤਾਂ ਮੈਂ ਸਚਿਆਰਾ ਬਣ ਸਕਦਾ ਹਾਂ। ਜਦੋਂ ਇਹ ਹੋਪ ਦੀ ਅਵਸਥਾ ਪੈਦਾ ਹੁੰਦੀ ਹੈ ਤਾਂ ਮਨੁੱਖ ਧਰਮਖੰਡ ਤੋਂ ਗਿਆਨਖੰਡ ਦੀ ਅਵਸਥਾ ਤੱਕ ਪਹੁੰਚਦਾ ਹੀ ਹੈ। ਹੋਪ ਕਿ ਮੈਂ ਠੀਕ ਹੋ ਸਕਦਾ ਹਾਂ, ਮੈਂ ਹਮੇਸ਼ਾ ਵਾਸਤੇ ਵਿਗੜ ਨਹੀਂ ਗਿਆ। ਭਇਆ ਮਨੂਰ ਕੰਚਨ ਫਿਰ ਹੋ ਗਏ। ਮਨੂਰ ਕਿਸ ਨੂੰ ਕਹਿੰਦੇ ਨੇ? ਜਿਹੜਾ ਕਦੇ ਤੁਸੀਂ ਫਲੋਰ 'ਤੇ ਇੱਕ ਲੋਹਾ ਪਿਆ ਦੇਖੋ, ਉਹ
ਕਈ ਦਿਨ ਕਈ ਮਹੀਨੇ ਪਿਆ ਰਹੇ ਔਰ ਉਹਦੇ ਉੱਤੇ ਪਾਣੀ ਪੈਂਦਾ ਰਹੇ। ਆਸਤਾ ਆਸਤਾ ਉਹ ਸਾਨੂੰ ਉਹਦਾ ਜੰਗਾਲ ਲੱਗਿਆ ਹੋਇਆ ਫਲੋਰ 'ਤੇ ਨਜ਼ਰ ਆਉਂਦਾ ਹੈ। ਆਸਤਾ ਆਸਤਾ ਉਹ ਲੋਹਾ ਫਲੋਰ ਦੇ ਨਾਲ ਚਿਪਕ ਹੀ ਜਾਂਦਾ, ਜਿਸ ਤਰ੍ਹਾਂ ਚਾਕਲੇਟ ਪਿਘਲੀ ਹੁੰਦੀ ਹੈ। ਇਸ ਤਰੀਕੇ ਦੇ ਨਾਲ ਉਹ ਜਦੋਂ ਲੋਹਾ ਬਿਲਕੁਲ ਖਰਾਬ ਹੋ ਜਾਂਦਾ ਹੈ ਨਾ, ਗੁਰੂ ਪਾਤਸ਼ਾਹ ਉਸ ਨੂੰ ਮਨੂਰ ਕਹਿੰਦੇ ਨੇ ਔਰ ਕਹਿੰਦੇ ਨੇ ਐਸਾ ਮਨੂਰ ਇਤਨਾ ਵਿਗੜਿਆ ਹੋਇਆ ਸੱਜਣ ਠੱਗ ਵੀ ਕੰਚਨ ਹੋ ਸਕਦਾ ਹੈ, ਬਸ਼ਰਤੇ ਕਿ ਤੂੰ ਮੰਨੇ ਕਿ ਮੈਂ ਕੁੜਿਆਰ ਤੋਂ ਸਚਿਆਰ ਹੋਣਾ ਚਾਹੁੰਦਾ ਹਾਂ। ਪਰ ਮੈਂ ਕਿਵੇਂ ਨਹੀਂ ਮੰਨਦਾ? ਮੈਂ ਇਹ ਤਾਂ ਮੰਨਦਾ ਹਾਂ ਮੈਂ ਕੁੜਿਆਰ ਹਾਂ, ਪਰ ਮੈਂ ਸਚਿਆਰ ਨਹੀਂ ਹੋਣਾ ਚਾਹੁੰਦਾ। ਮੈਂ ਕੀ ਕਰਦਾ? ਮੈਂ ਆਪਣੇ ਗਲੇ ਵਿੱਚ ਪੱਲਾ ਪਾਉਂਦਾ ਹਾਂ ਜਾਂ ਗਲੇ ਵਿੱਚ ਆਪਣਾ ਠਾਠਾ ਇੰਝ ਲਪੇਟਦਾ ਹਾਂ ਔਰ ਮੈਂ ਇੱਥੇ ਖੜਾ ਹੋ ਕੇ ਕਹਿੰਦਾ ਹਮ ਅਵਗੁਣ ਭਰੇ ਗੁਣਾਈ। ਮੈਂ ਇੰਝ ਆਪਣੇ ਕੰਨ ਕਰਦਾ ਹਾਂ, ਕੰਨ ਖਿੱਚਦਾ ਹਾਂ, ਨੱਕ ਰਗੜਦਾ ਹਾਂ ਔਰ ਰਗੜ ਕੇ ਘੁੰਮ ਕੇ ਚਲਾ ਜਾਂਦਾ ਹਾਂ। ਇਹ ਤਾਂ ਮੇਰੀ ਤਰੀਕਾ ਹੈ ਕਿ ਮੈਂ ਤੁਹਾਡੇ ਸਾਹਮਣੇ ਕਹਿ ਦਿੱਤਾ ਹੈ ਕਿ ਮੈਂ ਕੁੜਿਆਰ ਹਾਂ। ਹਾਂ ਮੈਂ ਭੈੜਾ ਹੀ ਹਾਂ, ਤਾਂ ਕਿ ਮੈਨੂੰ ਬਾਹਰ ਜਾ ਕੇ ਦੁਬਾਰਾ ਤੋਂ ਸਾਰੀ ਹੇਰਾ ਫੇਰੀ ਔਰ ਸ਼ੈਤਾਨੀਅਤ ਕਰਨ ਦਾ ਤੁਸੀਂ ਚਾਂਸ ਦਿਓ। ਕੱਲ੍ਹ ਸਵੇਰੇ ਆ ਕੇ ਫਿਰ ਮਾफ़ੀ ਮੰਗ ਹੀ ਲਵਾਂਗਾ। ਮੈਂ ਜਦੋਂ ਹਿਪੋਕ੍ਰੇਸੀ ਨਾਲ ਮੱਥਾ ਟੇਕਦਾ ਹਾਂ, ਉਹਨੂੰ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸ਼ੁੱਧੇ ਜਾਏ। ਆਪਣੇ ਆਪ ਨੂੰ ਕੁੜਿਆਰਾ ਸਮਝਣਾ ਤੇ ਸਮਝ ਕੇ ਇਸ ਵਾਸਤੇ ਸਤਿਗੁਰ ਪਾਤਸ਼ਾਹ ਕੋਲ ਆਉਣਾ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਮੈਂ ਇਆਣਾ ਹਾਂ, ਤੁਹਾਡੀ ਮੱਤ ਲੈਣ ਆਇਆ ਹਾਂ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਮੈਂ ਤੁਹਾਡੀ ਅਕਲ ਸੂਝ ਬੂਝ ਲੈਣ ਆਇਆ ਹਾਂ। ਹੁਣ ਤੱਕ ਮੈਨੂੰ ਸਿਆਣਪ ਹੈ ਛੁਰੀ ਕਾਂਟੇ ਸੇ ਕੈਸੇ ਖਾਤੇ ਹੈ। ਹੁਣ ਤੱਕ ਮੈਨੂੰ ਸਿਆਣਪ ਹੈ ਦੁਨਿਆਵੀ ਮੈਨਰਸ ਦੀ। ਹੁਣ ਤੱਕ ਮੇਰੇ ਕੋਲ ਸਿਆਣਪ ਹੈ ਮੇਰੀਆਂ ਡਿਗਰੀਆਂ। ਹੁਣ ਤੱਕ ਮੇਰੇ ਕੋਲ ਸਿਆਣਪ ਹੈ ਦੁਨਿਆਵੀ ਨੌਲੇਜ। ਹੁਣ ਤੱਕ ਮੇਰੇ ਕੋਲ ਸਿਆਣਪ ਹੈ ਜ਼ਾਤ ਪਾਤ ਬਿਰਾਦਰੀ ਕੀ ਹੁੰਦਾ ਹੈ। ਹੁਣ ਤੱਕ ਮੇਰੇ ਕੋਲ ਸਿਆਣਪ ਹੈ ਬਿਜ਼ਨਸ ਕੈਸੇ ਕਰਤੇ ਹੈ। ਹੁਣ ਤੱਕ ਮੇਰੇ ਕੋਲ ਸਿਆਣਪ ਹੈ ਮੇਰੀ ਜੌਬ ਵਿੱਚ ਮੇਰੀ ਕਿਹੜੀ ਪੋਸਟ ਹੈ। ਇਹ ਮੇਰੀਆਂ ਚਤਰਾਈਆਂ ਸਿਆਣਪਾਂ ਹੈ। ਪਰ ਸਤਿਗੁਰ ਪਾਤਸ਼ਾਹ ਮੇਰੇ ਕੋਲ ਤੁਹਾਡੀ ਸਮਝ ਬੂਝ ਵਾਲੀ ਸਿਆਣਪ ਨਹੀਂ ਹੈ। ਜਦੋਂ ਸਤਿਗੁਰ ਦੀ ਮੱਤ ਦੀ ਸੂਝ ਬੂਝ ਮਿਲਦੀ ਹੈ ਉਹਨੂੰ ਬੁੱਧ ਕਹਿੰਦੇ ਨੇ। ਬੋਧ ਹੋ ਜਾਣਾ। ਬੋਧ ਕੀ ਹੋ ਜਾਣਾ? ਸਤਿਗੁਰ ਦੀ ਸੂਝ ਬੂਝ ਅਨੁਸਾਰ ਕਿ ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖਣ ਦੀ ਜਾਚ ਆ ਜਾਣੀ। ਬੋਧ ਹੋ ਗਿਆ। ਜਦੋਂ ਤੱਕ ਇਹ ਬੋਧ ਨਾ ਹੋਏ ਤਾਂ ਅਸੀਂ ਦੂਜਿਆਂ ਦੀ ਤਾਲਾਂ 'ਤੇ ਨੱਚਦੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਅਬ ਮੋਹੇ ਨਾਚ ਨੂੰ ਨਾ ਆ, ਮੇਰਾ ਮਨ ਮੰਦਰੀਆ ਨਾ ਬਜਾਵੇ। ਮੇਰਾ ਮਨ ਮੰਦਰੀਆ ਨਾ ਬਜਾਵੇ। ਅਬ ਮੋਹੇ ਨਾਚ ਨੂੰ ਨਾ ਆਵੇ, ਨਾਚ ਨੂੰ ਨਾ। ਕਬੀਰ ਸਾਹਿਬ ਕਹਿੰਦੇ ਨੇ ਮੈਂ ਹੁਣ ਲੋਕਾਂ ਦੀਆਂ ਜਮਾਂ ਦੇ ਖਿਆਲਾਂ ਵਾਲੀਆਂ ਤਾਲਾਂ 'ਤੇ ਨਹੀਂ ਨੱਚਦਾ। ਮੇਰਾ ਮਨ ਮੰਦਲੀਆ ਨਾ ਬਜਾਵੇ। ਜਦੋਂ ਵੀ ਕੋਈ ਦੁਨਿਆਵੀ ਇਨਸਾਨ ਕੋਈ ਵੀ ਗਲਤ ਗੱਲ ਕਰੇ ਮੈਂ ਉਹਦੀ ਤਾਲ 'ਤੇ ਨੱਚਣ ਲੱਗ ਪਿਆ। ਸਿੰਪਲੀ ਹੁਣੇ ਤੱਕ ਮੈਨੂੰ ਨਹੀਂ ਪਤਾ ਸੀ, ਪਰ ਅਚਾਨਕ ਗੁਰਦੁਆਰੇ ਆਉਣ ਤੋਂ ਪਹਿਲਾਂ ਟੀਵੀ 'ਤੇ ਖਬਰ ਆ ਗਈ ਫਲਾਣੇ ਮਿਨਿਸਟਰ ਨੇ ਇੰਝ ਕੀਤਾ ਹੈ। ਮੈਂ ਉਸ ਦੀ ਤਾਲ 'ਤੇ ਨੱਚਣ ਲੱਗ ਪਿਆ। ਤਾਲ ਉਹਨੇ ਖੇਡੀ ਔਰ ਮੈਂ ਇਤਨਾ ਵਿਹਲਾ, ਮੈਂ ਉਹਦੀ ਤਾਲ 'ਤੇ ਨੱਚਣ ਲੱਗ ਪਿਆ। ਹੁਣ ਮੈਂ ਆਪ ਨੱਚ ਕੇ ਹੋਰਾਂ ਨੂੰ ਵੀ ਨਚਾਵਾਂਗਾ। ਉਹਨਾਂ ਨੂੰ ਕਾਲ ਕਰਾਂਗਾ, ਜਿਹੜਾ ਮਿਲੇਗਾ
सुना है उन्होंने चारा घोटाला किया। बस मैं नचना शुरू हो गया। ताला लोकी खेडन, गलतियां कोई करे, और मैं अपनी सच्ची ताल तो बेताला हो जावां और ਉਹਦੀ ਤਾਲ ਤੇ ਨੱਚਣ ਲੱਗ ਪਵਾਂ। ਇਹਨੂੰ ਕਹਿੰਦੇ ਨੇ ਅਵਰਨ ਹਸਤ ਆਪ ਹੈ ਕਾਣੇ, ਤਿनको ਦੇਖ ਕਬੀਰ ਲਜਾਨੇ। ਕਬੀਰ ਸਾਹਿਬ ਕਹਿੰਦੇ ਨੇ ਲੋਕੀ ਨਾ ਦੂਜਿਆਂ ਵੱਲ ਦੇਖਦੇ ਨੇ, ਆਪਣੇ ਅਵਗੁਣ ਵੱਲ ਵੇਖਣ ਵਾਲੀ ਅੱਖ ਉਹਨਾਂ ਦੀ ਬੰਦ ਹੋ ਜਾਂਦੀ ਹੈ, ਐਜ਼ ਇਫ ਜਿਵੇਂ ਕਾਣਾ ਹੁੰਦਾ। ਕਾਣੇ ਦੀ ਇੱਕ ਅੱਖ ਹੁੰਦੀ ਹੈ, ਜਿਸ ਦੀ ਇੱਕ ਅੱਖ ਹੋਵੇ ਉਹ ਵੀ ਅੱਖ ਦੇ ਨਾਲ ਉਹ ਆਪਣਾ ਮਾਰਗ ਨਾ ਲੱਭੇ, ਦੂਜਿਆਂ ਦੇ ਅਵਗੁਣ ਫਰੋਲਦਾ ਰਵੇ, ਤਾਂ ਉਹ ਦੂਜਿਆਂ ਦੀਆਂ ਤਾਲਾਂ 'ਤੇ ਹੀ ਨੱਚ ਰਿਹਾ ਹੈ। ਜਿਨ੍ਹਾਂ ਆਪਣੇ ਅਵਗੁਣ ਨੂੰ ਫਰੋਲ ਕੇ ਦੇਖੇ ਆਪ ਨੜਾ ਗਿਰਵਾਨ ਮੈਂ, ਇਹਨੂੰ ਬੋਧ ਹੋਣਾ ਕਹਿੰਦੇ ਨੇ। ਅੱਜ ਦੇ ਪਾਠ ਵਿੱਚ ਸਾਡਾ ਆਏਗਾ ਕਿਤੇ ਸਿੱਧ ਬੁੱਧ। ਬੁੱਧ ਦੇ ਧੱਦੇ ਨੂੰ ਜਦੋਂ ਔਂਕ ਸਿਆਰੀ ਨਹੀਂ ਹੁੰਦੀ ਤਾਂ ਉਹ ਬੋਧ ਹੋਣਾ ਕਹਿਲਾਂਦਾ ਹੈ। ਔਰ ਅਦਰਵਾਈਜ਼ ਸੁਰਤ ਮਤ ਮਨ ਬੁੱਧ, ਉੱਥੇ ਬੁੱਧ ਦੇ ਧੱਦੇ ਨੂੰ ਸਿਆਰੀ ਹੁੰਦਾ। ਬੁੱਧ ਹੁੰਦਾ ਬੁੱਧੀ, ਬੁੱਧ ਜਦੋਂ ਸਿਆਰੀ ਬਿਨਾ ਹੋਏ ਉਹਦਾ ਬੋਧ ਹੋਣਾ। ਬੋਧ ਹੋਣਾ ਮੀਨਸ ਸਮਝ ਬੂਝ ਆਣੀ, ਸਤਿਗੁਰ ਦੀ ਮੱਤ ਦੀ ਅਕਲ ਆਣੀ। ਔਰ ਸਤਿਗੁਰ ਦੀ ਮੱਤ ਕੀ ਹੈ? ਕਿਰਪਾ ਕਟਾਖ ਅਵਲੋਕਨ ਕੀਨੋ। ਬੜਾ ਮਾਈਕਰੋਸਕੋਪਿਕਲੀ, ਬੜੀ ਬਾਰੀਕੀ ਦੇ ਨਾਲ, ਬੜਾ ਮਾਈਨਿਊਟਲੀ ਮੇਰੇ ਅਵਗੁਣ ਵੇਖਦੇ ਨੇ, ਕਿਸੇ ਨੂੰ ਦੱਸਦੇ ਨਹੀਂ ਨੇ, ਮੇਰੇ ਅਵਗੁਣਾਂ ਨੂੰ ਦੂਰ ਕਰਨ ਦੀ ਅਕਲ ਸੂਝ-ਬੂਝ ਦਿੰਦੇ ਹਨ। ਪਰ ਪਹਿਲਾ ਕੰਮ ਸਤਿਗੁਰ ਦਾ ਹੁੰਦਾ ਹੈ ਕਿ ਡਾਇਗਨੋਜ਼ ਕਰਾ ਕੇ ਰੋਗ ਬੁੱਝਣਾ। ਰੋਗ ਹੀ ਨਹੀਂ ਸਿਰਫ ਬੁੱਝਣਾ, ਰੋਗ ਦੇ ਨਾਲ ਦਾਰੂ ਵੀ ਬੁੱਝਣਾ। ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਇਸ ਕਰਕੇ ਸਤਿਗੁਰ ਜੀ ਸੁਜਾਨ ਨੇ, ਸਿਆਣੇ ਨੇ। ਜਿਸ ਇਨਸਾਨ ਕੋਲ ਸਿਆਣਪ ਨਾ ਹੋਏ ਉਹ ਤੁਹਾਡੇ ਚੰਗੇ ਗੁਣਾਂ ਦੀ ਕਦਰ ਨਹੀਂ ਕਰੇਗਾ। ਸਤਿਗੁਰ ਜੀ ਸਿਆਣੇ ਨੇ। ਵਣਜ ਕਰੋ ਵਣ ਜਾਰਿਓ, ਵਖਰ ਲੇਹੁ ਸਮਾਲ। ਵਣਜ ਕਰੋ ਵਣ ਜਾਰਿਓ, ਵਖਰ ਲੇਹੁ ਸਮਾਲ। ਤੈਸੀ ਵਸਤ ਵਿਸਾਈਐ, ਜੈਸੀ ਨਿਭ ਹੈ ਨਾਲ। ਤੈਸੀ ਵਸਤ ਵਿਸਾਈਐ, जैसी निभ है नाल। अगे शाह सुजान है, लैसी वस्त समान। अगे शाह सुजान है, लैसी वस्त समान। पाई रे राम कहो चित लाए, पाई रे राम कहो चित लाए। हर जस वखर ले चलो, हर जस वखर ले चलो। सौ दिखै पति आए, पाई रे राम कहो चित लाए। ਚੰਗੇ ਚੰਗੇ ਗੁਣਾਂ ਦਾ ਵਣਜ ਵਪਾਰ ਕਰਿਆ ਕਰ। ਵਣਜ ਕਰੋ ਵਪਾਰਿਓ, ਵੱਖਰ ਲਿਓ ਸੰਭਾਲ। ਤੈਸੀ ਵਸਤ ਵਿਸਾਈ ਹੈ, ਐਸੇ ਚੰਗੇ ਗੁਣਾਂ ਦਾ ਖਜ਼ਾਨਾ ਕਮਾਇਆ ਕਰ। ਤੈਸੀ ਵਸਤ ਵਿਸਾਈ ਹੈ, ਜੈਸੀ ਨਿਭ ਹੈ ਨਾਲ। ਤੂੰ ਜਿੱਥੇ ਜਾਏ ਚੰਗੇ ਗੁਣ ਤੇਰੇ ਨਾਲ ਜਾਣ। ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ। ਜਿੱਥੈ ਲੇਖਾ
ਮੰਗੀ ਹੈ। ਜਿੱਥੇ ਕਿੱਥੇ ਵੀ ਜਮਾਂ ਦੀ ਪ੍ਰੋਬਲਮ ਪਵੇ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਕੋਈ ਕ੍ਰੋਧ ਕਰੇ, ਕੋਈ ਗਾਲਾਂ ਕੱਢੇ, ਕੋਈ ਦੋ ਬੰਦੇ ਲੜ ਪੈਣ, ਦੁਨੀਆ ਦੀ ਕੋਈ ਵੀ ਪ੍ਰੋਬਲਮ ਆਵੇ, ਉਸ ਵੇਲੇ ਸਤਿਗੁਰ ਦੀ ਮੱਤ ਦੇ ਚੰਗੇ ਚੰਗੇ ਸਬਰ, ਸੰਤੋਖ, ਹਲੀਮੀ, ਸ਼ੀਤਲਤਾ ਦੇ ਗੁਣ, ਕਮਾਇਆ ਹੋਇਆ ਖਜ਼ਾਨਾ ਕੰਮ ਆਉਂਦਾ ਹੈ। ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਔਰ ਜੇ ਮੇਰੇ ਮਨ ਨੇ ਉਹ ਲੇਖਾ ਨਾ ਕਮਾਇਆ ਹੋਵੇ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਜਗ੍ਹਾ ਜਗ੍ਹਾ ਨਿੱਕੀ ਨਿੱਕੀ ਗੱਲ 'ਤੇ ਲੋਕੀ ਛਿਲਕੇ ਸੁੱਟਦੇ ਰਹਿਣਗੇ, ਤੂੰ ਤਿਲਕਦਾ ਰਹੇਗਾ। ਕੋਈ ਨਾ ਕੋਈ ਕਰਤੂਤ ਕਰਦਾ ਰਹੇਗਾ, ਤੂੰ ਦੁਖੀ ਰਹੇਗਾ, ਤੂੰ ਅਪਸੈਟ ਰਹੇਗਾ। ਲੋਕਾਂ ਦੀਆਂ ਤਾਲਾਂ 'ਤੇ ਨਾ ਨੱਚਿਆ ਕਰ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ। ਚੰਗੇ ਚੰਗੇ ਗੁਣ ਸੰਭਾਲਿਆ ਕਰ। ਗੋਡਲੀ ਕੁਆਲਿਟੀਜ਼ ਦੀ ਪ੍ਰੈਕਟਿਸ ਕਰਿਆ ਕਰ। ਸਿਰਫ ਪ੍ਰੈਕਟਿਸ ਇਸ ਵਾਸਤੇ ਨਹੀਂ ਕਿ ਮੈਂ ਲੋਕਾਂ ਨੂੰ ਦੱਸਾਂ ਮੈਂ ਬੜਾ ਧਰਮੀ ਹੋ ਗਿਆ। ਪ੍ਰੈਕਟਿਸ ਰੈਲਿਸ਼ ਕਰਕੇ ਕਰਿਆ ਕਰ ਔਰ ਪ੍ਰੈਕਟਿਸ ਨੂੰ ਨਿਰਮਾਣਤਾ ਨਾਲ ਮਾਣਿਆ ਕਰ, ਉਸ ਦੇ ਰਸ ਨੂੰ ਮਾਣਿਆ ਕਰ। ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭੇ ਨਾਲ। ਅੱਗੇ ਸ਼ਾਹ ਸੁਜਾਨ ਹੈ। ਅੱਗੇ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਹੁੰਦਾ। ਅੱਗੇ ਦਾ ਮਤਲਬ ਹੁੰਦਾ ਜਿਸ ਪਲ ਤੂੰ ਕੂੜ ਛੱਡ ਕੇ ਚੰਗਾ ਗੁਣ ਸੰਭਾਲਦਾ ਹੈ, ਉਸ ਤੋਂ ਅਗਲਾ ਪਲ ਤੇਰਾ ਸੁਖੀ ਹੋ ਜਾਂਦਾ, ਉਹਨੂੰ ਅੱਗੇ ਕਹਿੰਦੇ ਨੇ। ਸਾਧ ਸੰਗਤ ਜੀ, ਇਹ ਆਗੇ ਪਾਛੇ, ਅੱਗੇ ਪਿੱਛੇ, ਇੱਥੇ ਉੱਥੇ, ਇਹ ਲਫ਼ਜ਼ਾਂ ਦੀ ਗੁਰਬਾਣੀ ਦੇ ਪਰਿਪੇਖ ਹੇਠਾਂ ਸਾਨੂੰ ਵਿਆਖਿਆ ਸਮਝਣੀ ਜ਼ਰੂਰੀ ਹੈ। ਵਰਨਾ ਜੇ ਅਸੀਂ ਅੱਗੇ ਔਰ ਪਿੱਛੇ ਸਿੰਪਲ ਲਫ਼ਜ਼ਾਂ ਵਿੱਚ ਸਮਝ ਲਾਂਗੇ ਤਾਂ ਸ਼ਬਦ ਆਏਗਾ ਆਗੇ ਸੁਖ ਮੇਰੇ ਮੀਤਾ, पाछे आनंद प्रभ कीता। पाछा तो पीछे होता है, पास्ट होता है। पिछला आनंद किमें होएगा? आनंद तो आया ही उस दिन, कबीर जा दिन होम हुआ, पाछे पिया आनंद। पाछे क्यों होंदा है? पाछा होंदा आफ्टर वर्ड्स, पाछे पास्ट नहीं होंदा। आगे सुख मेरे मिता, सतगुर की गल सुनी, नैक्सट जो तेरा पल शुरू होएगा ना जिंदगी का, उसनूं आग्या कहते हैं। तू सुखी हो गया। और जे सतगुर की मत नूं निरंतर रैलिश करके चंगे गुणां नूं जींदा रवे। सतगुर जी की वड्याई है, सतगुर जी एक तिल नहीं पन्ने काले। कीते चंगे तेरे गुण नूं अणगौलिया नहीं करते ने। दुनिया का कोई भी मनुख अपने जीवन विच जदों स्पिरिचुअलिटी वल, आइडियल्स वल, चंगे गुणां वल जदों एक भी कदम पुटदा है, रब जी इग्नोर नहीं करते ने सतगुर जी, बट गुणवंतियां नूं होर गुण दिंदे ने। नानक निर्गुण गुण करे, गुणवंतियां उन्होंने होर चंगे गुण दिंदे ने। वो बिल्कुल भी अखों परोखे नहीं करते ने। अग्गे शाह सुजाना लैसी वस माल, भाई रे राम को चितलाए, हर जस वखर लै चलो। शौ देखै पतियाए, शौ अंदर दे रब जी, अंदर दा मन जदों रब जी नाल एक मिक हो जाता है, उसनूं खेड़ा खुशी आ जाती है। शौ देखै पतियाए। सो कुड़ियार तो सचियार बनन वाला मन जदों विरला बन जाता है, विरले बनन की पूरी यात्रा, कुड़ियार तो सचियार बनन की पूरी यात्रा विच 38 पौड़ियां बयान कीतियां गईयां। 38 पौड़ियां विच साडी ये पौड़ी आई धर्मखंड का इहो धर्म। सो कल असी इत्थे एंटर कीते सी, अपनी कूड़ खुआरी नूं महसूस करना कि मेरे ए अवगुण हन। शर्त रहेगी कि तू मनदा है कि मेरे अवगुण हन, और दूजी गल मैं अवगुणा तो छुटना भी चाहता हाँ। जो छुटना ही नहीं चाहता वो डॉक्टर कोल चला भी जाए, डॉक्टर चंगा भी होवे, डॉक्टर डायग्नोज भी कर लवे, डॉक्टर वधिया दवाई भी दे दे, लुट्टे भी ना, ओरिजिनल दवाइयाँ भी देवे, वो घर जाके दवाइयाँ रख देंदा है, खांदा नहीं है, सुनी नूं अनसुनी कर देंदा है। जिवें परहेज दस्या सी उस तरह नहीं खाउंदा। ਇਹਦਾ मतलब जो छुटना चाहता है वो अपने अंदरों कन्विंस हो चुका होंदा है। तुसी शाह सुजान डॉक्टर हो मेरे वैद गुरु गोबिंदा जी, और मैं तुहाडी दवाई जिस तरह दसोगे उस तरह खाना चाहता हाँ।
ਇਹਨੂੰ ਪੂਰਬਲੇ ਕਰਮ ਕਮਾਉਣਾ ਕਹਿੰਦੇ ਨੇ। ਅਸੀਂ ਪੂਰਬਲੇ ਕਰਮ ਸਮਝਦੇ ਸੀ ਪਿਛਲੇ ਜਨਮ ਦੇ। ਪੂਰਬ ਕਮਾਇਆ ਸੋ ਆਗੇ ਆਇਆ, ਇਹ ਉਹ ਟਰਮਸ ਨੇ ਜਿਨ੍ਹਾਂ ਦੇ ਸਾਨੂੰ ਭੁਲੇਖੇ ਪੈਂਦੇ ਨੇ ਜੇ ਅਸੀਂ ਗੁਰਬਾਣੀ 'ਚੋਂ ਇਹਨਾਂ ਨੂੰ ਸਮਝੀਏ। ਪੂਰਬ ਕਮਾਇਆ ਕੀ ਹੁੰਦਾ ਹੈ? ਮੈਂ 20 ਤਰੀਕ ਨੂੰ ਰਿਅਲਾਈਜ਼ ਕੀਤਾ ਮੈਂ ਬਿਮਾਰ ਹਾਂ, ਮੈਨੂੰ ਕੋਈ ਚੰਗਾ ਡਾਕਟਰ ਚਾਹੀਦਾ ਹੈ। ਦ ਮੂਮੈਂਟ ਆਈ ਰਿਅਲਾਈਜ਼ਡ, ਮੈਂ ਧਰਮਖੰਡ ਅੰਦਰ ਐਂਟਰ ਕੀਤਾ ਔਰ ਮੈਂ 20 ਤਰੀਕ ਡਾਕਟਰ ਕੋਲ ਗਿਆ। ਡਾਕਟਰ ਨੇ ਮੈਨੂੰ 3 ਦਿਨਾਂ ਦੀ ਦਵਾਈ ਦਿੱਤੀ। ਮੈਂ ਪੂਰੀ ਤਰੀਕੇ ਨਾਲ ਉਸ ਦਵਾਈ ਨੂੰ ਜਿਸ ਤਰ੍ਹਾਂ ਸੰਜਮ ਨਾਲ ਦੱਸਿਆ ਸੀ, ਸਵੇਰੇ ਸ਼ਾਮ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਵਾਲੀਆਂ ਗੋਲੀਆਂ ਖਾਧੀਆਂ ਔਰ ਮੈਂ ਦਿਨੋਂ ਦਿਨ ਠੀਕ ਹੁੰਦਾ ਜਾ ਰਿਹਾ ਹਾਂ। 3 ਦਿਨਾਂ ਦੀ ਦਵਾਈ ਦਿੱਤੀ ਸੀ, 3 ਦਿਨਾਂ ਬਾਅਦ ਮੈਂ ਬਿਲਕੁਲ ਠੀਕ ਹੋ ਗਿਆ। ਜਦੋਂ ਮੈਂ ਬਿਲਕੁਲ ਠੀਕ ਹੋ ਗਿਆ 24 ਤਰੀਕ ਨੂੰ ਮੈਂ ਸਿਹਤਮੰਦ ਹਾਂ। ਇਹ ਕੀ ਹੋਇਆ? ਪੂਰਬ ਕਮਾਇਆ, पिछले 3 दिन तुमने जो कमाया, जो मेहनत की, सो आगे आया। 24 तरीक तू सेहतमंद हो गया। पूरबले कर्म दिन रात कमाएड़ो सो आयो माथै। जो तू दिन रात सोचदा है, जो तू दिन रात करदा है, इनू पूरब कमाना कहंदे ने गुरमत अनुसार। पूरब कमाना पिछले जन्म दा नहीं होंदा। ये बरीक गल मैनू बार बार रिपीट करनी पैंदी है। पूर्व कमाया, वी राइट आवर ओन डेस्टिनी हियर एंड द वे वी राइट वी बिकम लाइक दैट। जैसी लिखते हैं वैसे बन जाते हैं। ये मन जैसा सेवे तैसो होए, तेहे कर्म कमाए। ये बहुत गुरमत दे पक्के खरे नियम सारी दुनिया वास्ते इक्वली एप्लीकेबल होने वाले यूनीवर्सल ट्रुथ्स ने। यूनीवर्सल ट्रुथ नूं ही असी सतगुर कहते हाँ। इसी करके गुरुद्वारियां दे जिस तरह असी दरबार साहब दा सुनते हैं, अमृतसर 4 दरवाजे ने, हिंदू मुसलमान सिख ईसाई कोई भी आ सकता है। उपदेश 4 वर्ना को साझा, ऊंच नीच जात दा कोई नहीं होंदा। सारिਆਂ ਨੂੰ इक्वली एप्लीकेबल, खरा बिना पख कीतियां सारिਆਂ ਦੇ ਭਲੇ ਵਾਸਤੇ सतगुर सबना ਦਾ ਭਲਾ ਮਨਾਇਦਾ ਸੁਨਿਆ ਦਿੱਤਾ ਜਾਂਦਾ ਹੈ। ਧਰਮਖੰਡ ਦੇ ਅੰਦਰ ਐਂਟਰ ਕਰਨ ਵਾਸਤੇ ਜਦੋਂ ਮਨੁੱਖ ਮਹਿਸੂਸ ਕਰਦਾ ਹੈ ਕਿ ਮੇਰਾ ਅਵਗੁਣ ਵੀ ਹੈ ਔਰ ਮੈਂ ਛੁੱਟਣਾ ਵੀ ਚਾਹੁੰਦਾ ਹਾਂ, ਉਹ ਪੂਰਬ ਕਮਾਇਆ ਵਾਲਾ ਕੰਮ ਕਰੇਗਾ। उन्हें 20 तरीक ਨੂੰ बीज पाया कि मैं बीमार हूँ, डॉक्टर साहब दवाई दो। बीज पाया, डॉक्टर इस ਨੂੰ बीज पा के इस दी फसल, ਇਹਦੀ ਧਰਤੀ, ਉਹਦੇ ਤੇ ਪ੍ਰੋਪਰ ਬਾਰਿਸ਼, ਉਹਦੇ ਤੇ ਪ੍ਰੋਪਰ ਧੁੱਪ ਸਾਰੀ ਦੇਣ ਦਾ ਇਹਨੂੰ ਸਿਸਟਮ ਸਮਝਾਏਗਾ ਕਿ ਤੇਰਾ बीज प्रफुल्लित किस तरह हो जाए। तू बीमार है, प्रफुल्लित होके तेरे धरती ते पेड़ लग जाएंगे और पेड़ लग जाएंगे, फल आ जाएंगे किदे, तू निरोग हो जाएगा, तू हैल्दी हो जाएगा। बीमार किनू कहते हैं? एबसेंस ऑफ गुड हैल्थ। हनेरा किनू कहते हैं? एबसेंस ऑफ लाइट। हनेरे की तो अपनी कोई एग्जिस्टेंस नहीं है। सतगुर पातशाह बारे गुरु पातशाह कहते हैं, चतुर्दिशा कीनो बल अपना सिर ऊपर कर तार्यो, कृपा कटाख अवलोकन कीनो दास का दुख बिदार्यो। हरजन राखै गुरु गोबिंद, कंठ लाए अवगुण सब मेटे, दयाल पुरख बख्शिंद। बख्शिंद का मतलब माफ़ करना नहीं होता। बख्शिंद का मतलब होता है जो मैंने मांगा है वो बख्श दो, काइंडली ग्रांट मी। तुसी बख्शिंद हो, तुसी गिवर हो, तुसी दाता हो, तुसी सुमत बख्शदे हो। माफ़ी मंग के माफ़ी मंगवाना तो गुरमति है ही नहीं है। वैरी सिंपल है, क्योंकि ये तो रब जी का अपना बाणा है ही है, रब जी का अपना बिरद है, ये रब जी की क्वालिटी है। असी रोज़ पढ़ते हाँ और फिर क्यों नहीं असी समझ पाते। मिठ बोलड़ा जी, मिठ बोलड़ा जी, हर सज्जन स्वामी मोरा। मिठ बोलड़ा जी, मिठ बोलड़ा जी,
हर सजन स्वामी मोरा। हो सम्मल थकी जी, ओ कदे ना बोले कौड़ा, मिठ बोलड़ा जी, मिठ बोलड़ा जी। हर सजन स्वामी कौड़ा बोल ना जाने, हाँ हाँ पूरन भगवान है, पूरन भगवान है। मिठ बोलड़ा जी, मिठ बोलड़ा जी। हर सजन स्वामी मोरा। रब जी मिठ बोलड़े ने, मेरा सज्जन, मेरा बिलवड, मेरा बेस्ट फ्रेंड सज्जन स्वामी मोरा। अगे कहते हैं हो संभल थकी जी। मैं बहुत गलतियां कीतियां ने और अपनियां गलतियां दी फहरिस्त बना के देखिया। हो संभल थकी जी, वो कदे ना बोले कौड़ा। रब जी कदे कौड़ा नहीं बोलते ने, कौड़ा बोल ना जाने। ਹੁਣ ਇਹ ਗੁਰਬਾਣੀ ਦਾ ਕਿਤਨਾ ਸਿੰਪਲ ਸਾਦਾ ਸਿਧਾਂਤ ਸਿੰਪਲ ਲੇਮੈਨ ਦੀ ਲੈਂਗੁਏਜ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਗਿਆ। ਸਾਧ ਸੰਗਤ ਜੀ ਗੁਰਬਾਣੀ 'ਚ ਨਹੀਂ ਹੈ ਕੋਈ ਗੱਲ ਪਹਿਲਾਂ ਹਾਂ ਕੀਤੀ ਹੈ ਫਿਰ ਨਾ ਕਰ ਦਿੱਤੀ ਹੈ, ਖੰਡਨ ਔਰ ਮੰਡਨ ਦੋਨੋਂ ਨਹੀਂ ਹੈ। ਗੁਰਮਤਿ 'ਚ ਜੇ ਤੀਰਥ ਮਨਾ ਕੀਤਾ, ਸਾਰੀ ਬਾਣੀ ਵਿੱਚ ਜਿੱਥੇ ਮਨਾ ਕੀਤਾ ਤੇ ਪੂਰੀ ਬਾਣੀ ਤੀਰਥ ਨੂੰ ਨਹੀਂ ਮੰਨਦੀ। ਰਾਦਰ ਬਾਣੀ ਸੇਜ਼ तीरथ नहावन जाओ, तीरथ नाम है, तीरथ शब्द विचार अंतर ज्ञान है। गुरबाणी कहते तुसी तीरथ मनते हो, गुर समान तीरथ नहीं कोई। लफज तो वरतदी है पर सानू लभना पैंदा है। पर जिहड़े लोगों को तीर्थां ते जाण दा शौक होवे वो अपनी बस दे अगे अद्धी पंक्ति लिख देन और पंक्ति लिख देन तीरथ नहाइए सुख फल पाइए मैल न लागै काई। ये पंक्ति गुरु साहब नहीं कह रहे ने, ये गुरु ग्रंथ साहिब विच दर्ज है। पर सिद्धा ने ये सवाल अपने वालों पेश किया सी भी असी तीर्थां ते नहांदे हाँ। ये सिद्धा दे जबान तो निकली हुई गल है। ਇਹਦਾ मतलब सानू भुलेखा बिल्कुल नहीं रहना चाहिए। गुरबाणी जिहड़ी गल करती है वो खरा एक वाहद सच होंदा है और गुरबाणी कदे भी एक गल नूं कदे हाँ ना नहीं करती है। खंडन मंडन बाणी विच नहीं है। देयर इज़ नो कंट्राडिक्शन एट ऑल इन गुरु ग्रंथ साहिब। जेकर नहीं है तो ये वाला पक्का सिद्धांत सामने आया। रब जी मिठ बोलने ने, रब जी माफ़ कर ही देंदे ने, रब जी सज़ा नहीं देंदे ने। जिहड़ा माफ़ नहीं करेगा सज़ा भी वही देगा। हुण गुरु पातशाह जी का एक शब्द असी होर पढ़दे हां, हर जी माता हर जी पिता, हर जी माता हर जी पिता, हर जियो प्रितपालक, हर जियो प्रितपालक, हर जी मेरी सार करे, हम हर के बालक, हर जी माता हर जी पिता। हुण असीं शब्द पढ़ते हाँ, इहदे विच गुरु पातशाह इस सुने नूं दुबारा रिपीट कर देने हैं। अवगुण को ना चितारदा, अवगुण को ना चितारदा,
गल सेती लायक। मेरे अवगुण ਨੂੰ चितारते नहीं ने रब जी। चितारते नहीं ने मीन्स ही नैवर मेक्स मी रिमाइंड इट, नहीं तेरे अंदर है गलती है, तू पखंड कर रहा, नहीं इंज नहीं कहते ने। दयालु ने ना, काइंड हार्ट ने, टॉन्ट नहीं करते ने, कल तक ते तू भैड़ा सी, इंज नहीं कहते ने। साध संगत ये यूनीक लॉ पूरे गुरु ग्रंथ ਸਾਹਿਬ ਵਿੱਚ रहेगा कि रब जी सज़ा नहीं देंदे हन, रब जी माफ़ कर ही देंदे हन। अवगुण को ना चितारदा, रादर की करते ने गल सेती लायक, एम्ब्रेस कर लेंदे ने, गले ना लाई लेंदे ने, माफ़ ही नहीं कर देंदे बल्कि मैनू गले नाल लगा के मेरा अवगुण दूर करन दी अकल भी दे देंदे ने। जे ये गल समझ आ जाए तो आपे सानू बाणी चों शब्द लभ के उन्हां दे भावर्थ लभणे पैणगे कि असी ते समझदे सी जब मर जाओगे, मरने के बाद भगवान गॉड जी तुहाडा लेखा जोखा करेंगे और तुम्हारा जो रिजल्ट बाकी निकलेगी तुमको घसीट के जमों के साथ नरक में भेज देंगे और ऐसे सज़ा भोगनी पड़ेगी एज इफ के तुम वेख आया। गुरु पातशाह कहते ने जींदे जी इत्थे स्वर्ग है, जींदे जी इत्थे नरक है। जितने नरक सो मनमुख भोगै, मनमुख इत्थे ही नरक भोगदा है। सतगुरु की बाणी ਨੂੰ ਜਦੋਂ ਅਸੀਂ ਸਮਝਦੇ ਹਾਂ ਨਾ, दुनिया के मरण तो बाद वाले स्वर्ग नरक बारे गुरु पातशाह कहते हैं सुरग बास ना बाछिए, डरिए न नरक निवास, होना ऐसो होएगो मन न कीचे आस, कवन नरक क्या सुर्ग बिचारा संतन दो राधे, हम काहूँ की कान न कटते अपने गुर प्रसादे। दुनिया समझदी है मरण तो बाद धर्मराज कोई लेखा जोखा करदा, गुरु पातशाह कहते धर्मराय दर कागद फाड़े जन नानक लेखा समझा। जींदे जी इत्थे लेखा समझदे आ ना, सौ काट धर्मराज दे कागज़ फट जाते ने, होंदा ही नहीं तो फटणगे कि दरअसल वो चैप्टर ही सुपरफ्लूअस हो जाता है जिदा डर पाया होया सी। और इंसान को डरा डरा के, बच्चे को डरा डरा के अगर कोई मम्मी पापा कहते ना ये नहीं खाएगा तो ऐसे हो जाएगा, ये नहीं करेगा तो ऐसे कर देंगे, वो बच्चे नू रिवार्ड और पनिशमेंट की गेम विच पाते हैं और बच्चे नू स्टबन बना देंदे ने। इस करके साडी जिहड़ी 96 विच कैसेट आई सी मिठ बोलड़ा जी, उहदे विच असीं सांझ कीती सी कि एक बच्चा लंडन दे अंदर पेट उहदा खराब हो गया, डॉक्टर कोल माँ लैके गई, डॉक्टर ने उन्होंने आलू बुखारे प्रून्स दित्तियां और क्या ये तुमको दिन में 5-7 प्रून्स खानी होगी। माँ बच्चे नू प्रून देन वेले पहली प्रून देंदी है, बच्चा खांदा है, बच्चे नू उहदा स्वाद अच्छा नहीं लगता, बच्चा कहंदा माँ मैं नहीं खाना, वो कहती है रब ने दिती है खा लै, कहता नहीं खाना, कहती है जे नहीं खाएगा रब तेरी माँ खो लेगा। बच्चा डर के प्रून खा लेंदा है। असी भी इंज ही करते हैं, दुद्धू पी लै नहीं तो सप आ जाएगा, छपाई आ जाएगा, कॉकरोच आ जाएगा, पुलिस वाला आ जाएगा, डराते हैं ना, बच्चा डर के खा लेंदा है। लेकिन जो बच्चा वड्डा होके साडा कहना नहीं मनदा और पुलिस वाला कोई नहीं आंदा, बच्चे दे सारे पर्दे खुल जाते हैं, उन्होंने समझ आ जाती है हाउ एंड वैन एंड वेयर हाउ टू कमिट द ईवल्स, क्योंकि कोई नहीं आया। यह तरीका साडा सदियां तो गलत है। माँ उसनू दूजी प्रून खवान लगती है, बच्चा नहीं मनता, माँ कहती देख तेरा प्यो कमाइयां करके लियांदा है तां सानू ये दातां मिलदियां, रब तेरा मम्मी पापा खोलेगा, बेचारा दूजी प्रून भी खा लैंदा है। कहती है मसां 5 ते प्रूना खाणियां ने, वो 5 या 7 प्रूना खाणियां ने, 7 प्रूना खवाना चाहती है, तीजी प्रून उन्हें कोई होर डर पा के रब तेरे मम्मी पापा भी खोलेगा, तेरे पापा की नौकरी भी खोलेगा, ये भी कर लेगा। 3 प्रूना बच्चा खा गया और उस तो बाद उसने मना कर दिता, मैं होर नहीं खावांगा। माँ ने बच्चे नू कहा चल ऊपर जाके फर्स्ट फ्लोर पर सो जा, बच्चा ऊपर सो गया। इतनी देरी च माँ अपना काम कर रही है और तूफान आया, बदल गड़गड़ाए, बारियां बूहे खड़के, माँ नू फिक्र हो गया मेरा बच्चा ऊपर कल्ला है। माँ ऊपर गई, माँ ने देखा उहदा बच्चा विंडो दे कोल खड़ा सी,
ਬਹੁਤ ਜ਼ੋਰ ਦੀ ਤੂਫਾਨ ਆਉਣ ਦੇ ਨਾਲ ਵਿੰਡੋ ਦਾ ਪੈਨ ਬੱਚੇ ਦੇ ਮੂੰਹ 'ਤੇ ਇੱਥੇ ਲੱਗਾ ਸੀ। ਉਹਨੂੰ ਥੋੜ੍ਹੀ ਬਲੀਡਿੰਗ ਹੋ ਰਹੀ ਸੀ। ਮਾਂ ਨੇ ਉਸ ਨੂੰ ਇਸ ਤਰ੍ਹਾਂ ਕਰਕੇ ਛਾਤੀ ਨਾਲ ਲਾਇਆ, ਹਾਏ ਰੱਬ ਭਲੀ ਕਰੇਗਾ। ਬੱਚਾ ਕਹਿੰਦਾ ਟੂ ਹੈਲ ਵਿਦ ਯੂਰ ਰੱਬ, ਸਿਰਫ 3 ਪਰੂਨਾ ਨਹੀਂ ਖਾਧੀਆਂ, ਇਤਨਾ ਤੂਫਾਨ ਲੈ ਆਇਆ। ਆਈ ਡੋਂਟ ਵਾਂਟ ਯੂਰ ਰੱਬ ਲਾਈਕ ਦਿਸ, ਕਿ ਜਰਾ ਜਿਹਾ ਉਹਦਾ ਕਹਿਣਾ ਨਾ ਮੰਨੋ, ਇਤਨਾ ਤੂਫਾਨ ਮਚਾ ਦਿੰਦਾ ਹੈ। ਅਸੀਂ ਦੁਨੀਆ ਨੂੰ ਡਰਾ ਡਰਾ ਕੇ ਰੱਬ ਯਾਦ ਕਰਾਇਆ, ਇਹ ਨਹੀਂ ਕਰੋਗੇ ਐਸੇ ਹੋ ਜਾਏਗਾ, ਐਸੇ ਨਹੀਂ ਕਰੋਗੇ ਐਸੇ ਹੋ ਜਾਏਗਾ। ਇਸੀ ਕਰਕੇ ਤਾਂ ਕੱਲ੍ਹ ਮੈਂ ਪੰਕਤੀ ਸਾਂਝ ਕਰ ਰਿਹਾ ਸੀ, 10 ਵਸਤੂ ਲੈ ਪਛ ਪਾਵੈ ਕਿਹਨੂੰ ਕਹਿੰਦੇ ਨੇ? ਰੱਬ ਜੀ ਨਹੀਂ ਖੁੰਦੇ ਨੇ। ਅਸੀਂ ਰੱਬ ਜੀ ਨੂੰ ਕਰੂਅਲ ਪੇਸ਼ ਨਹੀਂ ਕਰ ਸਕਦੇ ਹਾਂ। ਕਰੂਅਲ ਪੇਸ਼ ਕਰਾਂਗੇ ਅਸੀਂ ਕਰੂਅਲ ਬਣ ਜਾਵਾਂਗੇ। ਜੇ ਰੱਬ ਜੀ ਨੂੰ ਦਿਆਲੂ ਪੇਸ਼ ਕਰਾਂਗੇ ਅਸੀਂ ਦਿਆਲੂ ਬਣ ਜਾਣਗੇ। ਇਟ ਇਜ਼ ਅਪ ਟੂ ਯੂ ਵਟ ਕਾइंड ऑफ ਰੱਬ ਜੀ ਯੂ ਵਾਂਟ टू ਤਸੱਵਰ। ਤੂੰ ਕੈਸਾ ਰੱਬ ਜੀ ਤਸੱਵੁਰ ਕਰਨਾ ਚਾਹੁੰਦਾ ਹੈ? ਗੁਰੂ ਪਾਤਸ਼ਾਹ ਰੱਬ ਜੀ ਦਿਆਲੂ ਕਿਰਪਾਲੂ ਤਸੱਵੁਰ ਕਰਦੇ ਨੇ। ਹਰ ਜੀ ਮਾਤਾ ਹਰ ਜੀ ਤਸੱਵੁਰ ਕਰਦੇ ਨੇ। ਮਿੱਠ ਬੋਲਣਾ ਕਹਿੰਦੇ ਨੇ, ਕੌੜਾ ਬੋਲ ਨਾ ਜਾਣੇ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਅਵਗੁਣ ਕੋਨਾ ਚਿਤਾਰਦਾ, ਗੱਲ ਸੇਤੀ ਲਾਇਕ। ਜੇ ਤੂੰ ਐਸੇ ਵਾਲਾ ਰੱਬ ਸੋਚੇਗਾ ਤਾਂ ਦੂਜਿਆਂ ਨੂੰ ਗੱਲੇ ਲਾ ਸਕੇਗਾ ਨਾ, ਤਾਂ ਤੈਨੂੰ ਫੋਰਗਿਵਨੈਸ ਆ ਵੀ ਤੇ ਜਾਏਗੀ, ਮਾफ़ ਕਰਨਾ ਆ ਵੀ ਤੇ ਜਾਏਗਾ। ਸੋ ਅਸੀਂ ਡਰਾ ਕੇ ਮਨੁੱਖ ਨੂੰ ਧਰਮ ਦੇ ਮਾਰਗ 'ਤੇ ਨਹੀਂ ਤੋਰ ਸਕਦੇ। ਜੋ ਆਪ ਰਿਅਲਾਈਜ਼ ਕਰੇ ਕਿ ਮੈਂ ਆਪਣੇ ਅਵਗੁਣਾਂ ਨਾਲ ਪੀੜਿਤ ਹਾਂ ਔਰ ਮੈਂ ਛੁੱਟਣਾ ਚਾਹੁੰਦਾ ਹਾਂ, ਧਰਮ ਖੰਡ ਦੀ ਅਵਸਥਾ ਵਿੱਚ ਉਹ ਐਂਟਰ ਹੋ ਗਿਆ। ਧਰਮ ਖੰਡ ਦੀ ਜਾਚਨਾ ਸਦਕੇ ਕੂੜ ਤੋਂ ਛੁੱਟਣ ਲਈ ਸਤਿਗੁਰ ਦੇ ਮਤ ਦੇ ਗਿਆਨ ਰਾਹੀਂ ਵਿਵੇਕ ਬੁੱਧ ਪ੍ਰਾਪਤ ਕਰਨ ਦੀ ਜਿਹੜੀ ਅਵਸਥਾ ਹੁੰਦੀ ਹੈ ਨਾ, ਕਿ ਮੇਰੇ ਭਾਂਡੇ ਵਿੱਚ ਆਪਣਾ ਤਤ ਗਿਆਨ ਪਾਓ, ਉਹ ਮੈਂ ਮੰਗਿਆ ਨਹੀਂ ਸੀ। ਮੈਂ ਆਪਣੇ ਸਰੀਰ ਦੀ 10 ਵਸਤੂਆਂ ਦੇ ਪਿੱਛੇ ਪਿਆ ਸੀ। 10 ਵਸਤੂ ਲੈ ਪਾਛੇ ਪਾਵੈ, ਇਹਦਾ ਮਤਲਬ ਹੁੰਦਾ ਹੈ ਅਗਰ ਤੂੰ 10 ਇਹਨਾਂ ਇੰਦਰੀਆਂ ਗਿਆਨ ਇੰਦਰੀਆਂ ਦੇ ਪਿੱਛੇ ਪਿਆ ਰਹੇਗਾ, ਇੱਕ ਬਸਤ ਕਾਰਨ ਸਤਿਗੁਰ ਦੀ ਤਤ ਗਿਆਨ ਜੇ ਨਹੀਂ ਲਏਗਾ। ਸਤਿਗੁਰ ਦਾ ਤਤ ਗਿਆਨ ਕੀ ਹੈ? ਕੱਲ੍ਹ ਫਿਰ ਰੀਕੈਪ ਕੀਤਾ ਸੀ। ਸਤਿਗੁਰ ਦਾ ਤਤ ਗਿਆਨ चंद सूरज तारे पमिस्ट्री और 14 रतन केड़े निकले और पिछले जन्म में हम क्या थे, राहु केतु क्या होता है, शनि बली क्या होता है, इन्हां दे ज्ञान नूं नहीं कहते ने। सतगुर दा तत ज्ञान है वो वाली आँख जिससे मैं अपना अवगुण देख सकूँ और अवगुण दूर करने की सुमत प्राप्त कर सकां, ये सतगुर दा तत ज्ञान है। सो 10 वस्तु ले पछ पावे, एक वस्त कारण सच नहीं लैंदा ना, ज्ञान खंड च एंटर नहीं करता। एक बस कारण बिखोट गवावे, खोट होंदा पैड़ा काम, बिखोट होंदा ईमानदारी वाली अक्ल। खोट खोटी मत, बिखोट होंदा चंगी मत। एक बस कारण जे तू एक सच नहीं लैंदा तो तेरी जिहड़ी ईमानदारी वाली मत है ना, बिखोट वाली, वो गवा लैना। फिर तेरे अंदर की आ जाता, बिखोट गवाया तो आया कि खोट। बिखोट वर्सिस खोट। ਅਸੀਂ ਜਦੋਂ ਇੱਕ ਇੱਕ ਸ਼ਬਦ ਨੂੰ ਇਸ ਤਰ੍ਹਾਂ ਦੇਖਦੇ ਹਾਂ ਹੈਰਾਨ ਰਹਿ ਜਾਂਦੇ ਹਾਂ। ਏਕ ਵੀ ਨਾ ਦੇ, ਅਗਰ ਆਪਣੇ ਮਨ ਨੂੰ ਇਹ ਸੱਚ ਦੀ ਮੱਤ ਤੂੰ ਨਹੀਂ ਦੇਂਗਾ, ਤਤ ਗਿਆਨ ਨਹੀਂ ਦੇਂਗਾ, ਰੱਬ ਜੀ ਤੋਂ ਬੋਰੋ ਕਰਕੇ ਆਪਣੀ ਮੱਤ ਨੂੰ ਨਹੀਂ ਇਸ ਤਰ੍ਹਾਂ ਕਰੇਗਾ, 10 भी हिर ले फिर तो ये 10 इंद्रिय ज्ञान इंद्रिय तेरे को हिलेंगे ही, ये तेरे को पुट्ठे रास्ते पाएंगे ही। तो मुड़ा क्यों कहा करे, फिर तू की करेगा। जदों असी कूड़ियार तो सचियार बनना चाहते हाँ तो बहुत ज़बरदस्त है जपजी साहब का मैसेज पूरी दुनिया नूं। पहला तू मन के मैं कूड़ियारा हाँ और मैं इस तो छुटना भी चाहता हाँ, इस अवस्था नूं ज्ञान खंड कहते हैं। और छुटण वास्ते जिहड़े उद्यम किए जाते हैं उन्हां नूं श्रम खंड कहते हैं। एफर्ट करना, मेहनत करना, उद्यम करना। धर्म खंड, ज्ञान खंड, श्रम खंड। श्रम खंड तो बाद आंदा कर्म खंड। कर्म खंड होंदा सतगुर दी मत दी जिहड़ी फिलॉसफी है उसनूं समझ के मन दियां अखां दे नाल, मन दियां अखां दे नाल देख के, मन दियां अखां दे नाल पढ़ के, मन दे कन्नां नाल सुन के, मन दे जिहड़ा दुर्लभ देह बनानी है वो वाली जीवन जाच सीखनी कर्म खंड दे अंदर एंटर करदे हां। और जदों उस तो बाद हंकार बिल्कुल नहीं करदे हां, दिखावा बिल्कुल नहीं करदे हां, पूरी नम्रता विच रहिंदे हां,
ਤੇ ਸੱਚਖੰਡ ਅੰਦਰ ਐਂਟਰ ਕਰ ਜਾਂਦੇ ਆ। ਔਰ ਜਿਉਂ ਹੀ ਸੱਚਖੰਡ ਅੰਦਰ ਐਂਟਰ ਕਰਦੇ ਆ, ਪਤਾ ਕੀ ਹੁੰਦਾ ਹੈ, ਸੱਚਖੰਡ ਵਸੇ ਨਿਰੰਕਾਰ। ਵਾਓ भगवान जी आप यहाँ रहते हो, ओ माई गुडनेस। उस वेले पता की होंदा है, नानक नदरी नदर निहाल हो जाता है। निहाल का मतलब होंदा है जो मैंने मांगा था सर वो मिल गया, एंड आई एम फुली कंटेंटेड, फुली सैटिस्फाइड। मैं निहाल हो गया, जो मंगण आया सी मंग पूरी हो गई है। ਮੰਗ ਕੀ ਸੀ? ਮੈਂ ਤੁਹਾਡੇ ਤੋਂ ਵਿਛੜਿਆ। ਵਿਛੜੇ ਕੀਰਤ ਕਰਮ ਕੇ ਵਿਛੜੇ, ਵਿਛੜੇ ਕੀਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਕਰ चार कुंट दह दृश प्रमे, चार कुंट दह दृश प्रमे, थक आए प्रभ की साम, विछड़े कीर्त करम के विछड़े। मैं बहुत दुखी हो जाता। दुनिया के सारे दुखों का सब तो वड्डा दुख, दुख कणों जब होते दूर, ਜਦੋਂ ਮੈਂ ਤੁਹਾਡੇ ਤੋਂ ਵਿਛੜਦਾ ਨਾ, ਗੁਰਬਾਣੀ ਦੀ ਇਹ ਡੈਫੀਨੇਸ਼ਨ ਹੈ। ਗੁਰਬਾਣੀ ਵਿੱਚ ਦੁੱਖ ਦਾ ਮੈਨਾ ਹੁੰਦਾ ਹੈ ਰੱਬ ਤੋਂ ਵਿਛੜਿਆ ਮਹਿਸੂਸ ਕਰਨਾ, ਵਿਛੋੜਾ ਸਣੇ ਦੁੱਖ। ਮੈਂ ਦੁੱਖ ਮਹਿਸੂਸ ਕੀਤਾ, आई एम डिपार्टेड, मैं आपसे ਵਿਛੜ ਗਿਆ, ਮਿਲਣਾ ਚਾਹੁੰਦਾ। ਇਹ ਮੰਗ, ਔਰ ਜਦੋਂ ਮੰਗ ਪੂਰੀ ਹੋ ਜਾਂਦੀ ਹੈ ਤਾਂ ਨਿਹਾਲ ਅਵਸਥਾ ਕੀ ਹੁੰਦੀ ਹੈ? जैसा सतगुर सुनीदा, सुनीदा तैसो ही मैं डीठ, जैसा सतगुर सुनीदा, सुनीदा तैसो ही मैं, विछड़िया मेले प्रभु, विछड़िया हर दरगह का बसीठ। मेरा सतगुर जी, मैं तुहाडे कोल आया ही इस करके सी, मैं बहुत दुखी हाँ। मैं इस करके दुखी नहीं है मेरे घर गैस नहीं है, मैं इस करके दुखी नहीं है मेरी बत्ती चली गई है, मैं इस करके दुखी नहीं है मेरा पुत्र बीमार है, मैं इस करके दुखी नहीं है कि मेरा बिजनेस नहीं है। मैं दुखी इस करके हाँ कि मैं महसूस किया है कि मैं तुहाडे तो विछड़िया। साध संगत जी, ये बहुत अच्छी अवस्था है। इस अवस्था ਨੂੰ ਜਪਜੀ ਸਾਹਿਬ ਵਿੱਚ ਕਿਹਾ, ਕੇਤਿਆਂ ਦੁੱਖ ਭੂਖ ਸੱਦ ਮਾਰ। ਅਸੀਂ ਤਾਂ ਸਮਝਦੇ ਸੀ ਭਗਵਾਨ ਨੇ ਮਨੁੱਖ ਨੂੰ ਦੁੱਖ ਸੁੱਖ ਦਿੱਤੇ ਹੋਏ ਨੇ, ਇਹ ਅਸੀਂ ਇਹਦੇ ਅਰਥ ਸਮਝਦੇ ਸਾਂ। ਰੱਬ ਜੀ ਨਹੀਂ ਦਿੰਦੇ ਨੇ ਦੁੱਖ ਸੁੱਖ। ਦੁੱਖ ਦਾ ਮੈਨਾ ਗੁਰਬਾਣੀ 'ਚੋਂ ਸਮਝਣਾ ਪਏਗਾ। ਜੇ ਅਸੀਂ ਕਹੀਏ ਇੱਕ ਗਰੀਬ ਮਾਂ ਬੈਠੀ ਹੈ, ਉਹਦੇ ਕੋਲ ਖਾਣ ਵਾਸਤੇ ਵੀ ਕੁਛ ਨਹੀਂ ਹੈ, ਔਰ ਉਹ ਵਿਧਵਾ ਹੈ, ਔਰ ਉਹਦੇ ਕੋਲ ਆਪਣਾ ਤਨ ਢੱਕਣ ਵਾਸਤੇ ਵੀ ਕੱਪੜੇ ਪੂਰੇ ਨਹੀਂ ਨੇ, ਔਰ ਗਰਮੀ ਵੀ ਬਹੁਤ ਹੈ, ਔਰ ਉਹਦਾ ਬੱਚਾ ਬਿਮਾਰ ਹੈ, ਔਰ ਜਦੋਂ ਉਸਦਾ ਬੱਚਾ ਬਿਮਾਰ ਹੈ ਮਾਂ ਬਹੁਤ ਦੁਖੀ ਹੈ। ਸਾਡੀ ਲੈਂਗੁਏਜ ਵਿੱਚ ਮਾਂ ਦਾ ਬੱਚਾ ਬਿਮਾਰ ਹੈ, ਬੱਚਾ ਵੀ ਬਹੁਤ ਦੁਖੀ ਹੈ, ਔਰ ਮਾਂ ਨੂੰ ਬੱਚੇ ਨੂੰ ਦਵਾਈ ਖਾਣ ਜੋਗੀ ਤਾਂ ਨਹੀਂ ਹੈ, ਇੱਕ ਚਾਵਲ ਦਾ ਦਾਣਾ ਵੀ ਮੂੰਹ ਪਾਉਣ ਵਾਸਤੇ ਨਹੀਂ ਹੈ, ਔਰ ਉਹਨੂੰ ਜਾ ਕੇ ਪੰਕਤੀ ਸੁਣਾਓ ਔਰ ਕਹੋ ਆਪਕਾ ਬੱਚਾ ਬਿਮਾਰ ਹੈ, भूख लगी है, ये रब जी की दात है। शी कैन नॉट लिसन दिस, दैट मीनस ये बाणी ते खरा सच है, साडे अर्थ गलत होणगे, विचारना पेगा। जो अर्थ प्रैक्टिकली नहीं ने कि एक बीमार बंदे नूं जाके कहो ये रब जी की दात है, तेरा बच्चा बीमार है, तेनू भुख लगी हुई है ना, तेनू सब कुछ भगवान जी की दात है। वो कहेगी टू हैल विद दिस दात। ਜਦੋਂ ਬਾਣੀ ਪੜ੍ਹਦੇ ਆ ਨਾ
ਤਾਂ ਪਤਾ ਲੱਗਦਾ ਹੈ ਵਿਛੋੜਾ ਮਹਿਸੂਸ ਕਰਨ ਦੀ ਅਵਸਥਾ। ਮੈਂ ਤਾਂ ਵਿਹਲਾ ਹੀ ਨਹੀਂ ਸੀ, ਮੈਂ ਤਾਂ ਦਿਨ ਰਾਤ ਪੜ੍ਹਾਈਆਂ 'ਚ ਰਹਿੰਦਾ ਵਾਂ, ਦਿਨ ਰਾਤ ਮੈਂ ਘਰ ਦੇ ਕੰਮਾਂ 'ਚ ਰਹਿੰਦਾ, ਧੀਆਂ ਪੁੱਤਰਾਂ ਦੋਤਰਿਆਂ ਪੋਤਰਿਆਂ ਦੇ ਕਿਚਨ ਦੇ ਕੰਮਾਂ 'ਚ ਰਹਿੰਦਾ ਹਾਂ, ਦਿਨ ਰਾਤ ਮੈਂ ਆਪਣੇ ਬਿਜ਼ਨਸ ਵਿੱਚ ਬਿਜ਼ੀ ਰਹਿੰਦਾ ਹਾਂ। ਮੈਨੂੰ ਤਾਂ ਵੇਲ ਨਹੀਂ ਹੈ ਕਿ ਮੈਂ ਮਹਿਸੂਸ ਵੀ ਕਰਾਂ ਕਿ ਮੈਂ ਤੁਹਾਡੇ ਤੋਂ ਵਿਛੜਿਆ ਹੋਇਆ ਹਾਂ। ਸਾਧ ਸੰਗਤ ਜੀ, ਇਤਨੇ ਬਿਜ਼ੀ ਯੁੱਗ ਦੇ ਅੰਦਰ ਵਿਛੜਿਆ ਮਹਿਸੂਸ ਕਰਨਾ ਰੱਬ ਜੀ ਦੀ ਦਾਤ ਹੈ। ਔਰ ਵਿਛੜਿਆ ਮਹਿਸੂਸ ਕਰਕੇ ਸਤਿਗੁਰ ਦੀ ਮੱਤ ਦੀ ਭੁੱਖ ਲੱਗਣੀ, ਮੰਗਣਾ, ਉਹਨੂੰ ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੂਖ, ਕੇਤਿਆਂ ਦੁੱਖ ਭੂਖ ਸੱਧ ਮਾਰ। ਸੱਧ ਹਮੇਸ਼ਾ ਸੱਦਾ ਤੁਸੀਂ ਦਿੰਦੇ ਹੋ। ਇਹ ਜਿਸ ਨੂੰ ਇਹ ਖਾਹਿਸ਼ ਪੈਦਾ ਹੋਏ ਨਾ, ਦੁੱਖ ਮਹਿਸੂਸ ਕਰੇ ਔਰ ਸਾਚੇ ਨਾਮ ਕੀ ਭੂਖ ਲੱਗੇ, ਇਹ ਰੱਬ ਜੀ ਦੀ ਦਾਤ ਹੈ। ਉਹ ਮਾਂ ਦੇ ਇੱਕ ਬਿਮਾਰ ਬੱਚੇ ਨੂੰ ਬਿਮਾਰੀ ਵੇਲੇ ਦਾਤ ਨਹੀਂ ਹੁੰਦੀ, ਉਹ ਰੱਬ ਜੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਨੇ। ਮੈਂ ਪੁੱਛਦਾ ਵੀ ਆਮ ਲੋਕਾਂ ਕੋਲੋਂ, ਤੁਹਾਡੇ ਬੱਚੇ ਨੂੰ ਕੋਈ ਘੂਰੀ ਵੱਟ ਜਾਏ, ਤੁਹਾਡੇ ਬੱਚੇ ਨੂੰ ਤੱਤੀ ਵਾਹ ਲੱਗ ਜਾਏ, ਤੁਹਾਡੇ ਬੱਚੇ ਨੂੰ ਕੋਈ ਉਂਗਲ ਵੀ ਟੱਚ ਕਰ ਜਾਏ, ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ। ਤੁਸੀਂ ਆਪਣੇ ਬੱਚੇ ਨੂੰ ਆਪ ਸਾੜੋਗੇ, ਆਪ ਉਹਨੂੰ ਦੁੱਖ ਦਿਓਗੇ? ਕਦੇ ਨਹੀਂ ਦਿਓਗੇ। ਦੁਨਿਆਵੀ ਮਾਂ ਪਿਓ ਤੇ ਆਪਣੇ ਬੱਚੇ ਨੂੰ ਦੁੱਖ ਦੇਣਾ ਨਹੀਂ ਚਾਹੁੰਦੇ। ਰੱਬ ਜੀ ਦੁੱਖ ਦੇਣਗੇ ताकि तू मेरी माने, ताकि तू मेरा नाम बार बार ले, ताकि तू मेरे धर्म स्थान पर आके मेरे को ढेर ढेर मत्थे टेके। नहीं, रब जी जे सब मिल के आखण पाए, वड्डा ना होवे घाट ना जाए। गुरु पातशाह मैनू सिखाते ने ज्ञान खंड की ना भूख लगनी चाहिए है। तू अपना रोग ही सिर्फ ना इत्थे आके दस। धर्म खंड अंदर एंटर किया, भूख लग गई और उहदे ते मेहनत कर, और मेहनत करके कर्मखंड की अवस्था पहुँचदे और सचखंड के अंदर जाके महसूस करदे उस वेले असीं पूरे निर्माण होंदे, कूड़ खोट खत्म हो जाती है। धर्मखंड का यो धर्म कच्ची मत कारण ख्वार जीवनी तो छुट्टण का पक्का इरादा करना, सुरत मत मन बुद्ध की घाड़त लई तैयार बर तैयार रहना। डॉक्टर साहब मैं आपके पास आया हूँ और मेरे को नवा निरोआ करो। अब जो कहोगे, जो बताओगे, काइंडली बताओ। ज्ञान खंड का आखो कर्म, अपना कर्म, अपना फलसफा, अपना डायग्नोज करके मेरे को निरोग करने का तरीका बताओ। काइंडली आई रिक्वेस्ट हम्बली। पर ये रिक्वेस्ट अंदर मैंने आपके 101 माला फेरी है, मैंने आपका 108 बारी किया है, मैं आपके यहाँ पर 40 दिन नंगे पैर आया हूँ। और मेरे को किसी ने कहा था अगर वहाँ जाके चोला ऐसे चढ़ाओ, और किसी ने ये भी कहा था पीछे से घूम के जाओ, फिर किसी ने कहा था अगर फुल वहाँ पे चढ़ा दो, फिर किसी ने कहा था पैसा चढ़ा दो, फिर किसी ने कहा था सोना चढ़ा दो। वो चढ़ाया है सब कुछ, आप भी नहीं मानोगे। रिश्वत दिती है रब जी नूं, ठेका चुक लिया। इनू कूड़ियां दी ठीस कहंदे ने। गिणतियां मिणतियां करके रब जी नाल तोल मोल करना। मेरे मन एकस स्यों चितलाए, एकस बिन सब धंध है, ये तो धंधा है। मैं तुम्हारे यहाँ 40 दिन आऊँगा, तुम मेरी मानो, माननी पड़ेगी। गुरमत दी फिलॉसफी ये नहीं है। ओ जी बाणे नाल ही सी बाणे आ जाओगे, बाणे नाल नहीं धर्म दे मार्ग ते टुरिया जांदा। साध संगत जी, जदों माँ बच्चे नूं दुध पिलांदी है ना, बाणे नाल नहीं पिलांदी, पूरे पैशन नाल पिलांदी है। उन्हों बाणा नहीं सीखना पैंदा। सच दे मार्ग ते टुरन वास्ते सिर तर तली गली मेरी आवदी अवस्था होनी चाहिए है। मनु अपना कर्म फलसफा बख्शो। सो वो त्यार बर त्यार रहंदा कि मेरी सुरत मत मन बुद्ध घड़ो ते धर्म खंड विच दाखल हो जाता है। ज्ञान खंड का आखो कर्म वो मंगदा है। विरला मन धर्म खंड की अवस्था विच आउण कारण निज घर च वसदे रब जी नूं नम्रता च जाचना करता है। धर्म अपना दसो, अपना कर्म फलसफा दसो। तुसी कर्मी हो और तुहाडा कर्म है कि तुसी अपना फलसफा समझाउंदे हो। हूसोएवर कम्स टू यू, जिस भावे जिसनूं तुहाडी दात पसंद है,
ਤੁਹਾਨੂੰ ਜਿਹੜਾ ਮਨੁੱਖ ਠੀਕ ਡਾਕਟਰ ਸਮਝਦਾ ਹੈ ਉਹ ਤੁਹਾਡੇ ਕੋਲ ਆਉਂਦਾ ਹੈ। ਤਿਸ ਦੇਈ ਉਸਕੋ ਆਪ ਦੇ ਹੀ ਦੇਤੇ ਹੋ। ਦਾਤਾ ਹੈ, ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਜਿਸ ਮਨ ਨੂੰ ਕੁੜਿਆਰ ਤੋਂ ਸਚਿਆਰ ਬਣਨ ਵਾਸਤੇ ਤੁਹਾਡੀ ਦਾਤ ਪਸੰਦ ਆਵੈ, ਜਿਸ ਨੂੰ ਭਾਉਂਦੀ ਹੈ ਤਿਸ ਦੇਈ ਉਹਨੂੰ ਦੇ ਦਿੰਦੇ ਨੇ। ਜਿਹਨੂੰ ਨਹੀਂ ਭਾਉਂਦੀ ਉਹ ਗੁਰਦੁਆਰੇ ਸੁਣਨ ਨਹੀਂ ਆਉਂਦਾ ਹੈ, ਉਹ ਗੁਰਦੁਆਰੇ ਨੁਕਸ ਕੱਢਣ ਆਉਂਦਾ ਹੈ, ਜਾਂ ਉਹ ਗੁਰਦੁਆਰੇ ਉੱਪਰ ਪ੍ਰਬੰਧ ਕਰਨ ਆਉਂਦਾ ਹੈ, ਜਾਂ ਉਹ ਦੂਸਰਿਆਂ ਨੂੰ ਡੋਮੀਨੇਟ ਕਰਨ ਆਉਂਦਾ ਹੈ, ਜਾਂ ਧਰਮ ਦਾ ਠੇਕੇਦਾਰ ਬਣ ਕੇ ਆਉਂਦਾ ਹੈ, ਸੁਣਨ ਨਹੀਂ ਆਉਂਦਾ ਹੈ। ਮੈਨੂੰ ਸੱਚ ਦੱਸੋ, ਆਪਣੀ ਬਾਤ, ਆਪਣੀ ਮਤ, ਆਪਣਾ ਕਰਮ ਮੈਨੂੰ ਆਖੋ, ਮੈਨੂੰ ਦਿਖਾਓ, ਮੈਨੂੰ ਵਿਵੇਕ ਬੁੱਧੀ ਦਿਓ। ਕੇਤੇ ਪੌਣ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼। ਕੱਲ੍ਹ ਅਸੀਂ ਇੱਥੇ ਛੋੜਿਆ ਸੀ। ਕਾਨ ਹੁੰਦਾ ਤਤ ਗਿਆਨ ਰੂਪੀ ਮੱਖਣ ਖਾਣ ਵਾਲਾ ਮਨ। ਲੋਕੀ ਕੀ ਕਰਦੇ ਨੇ, ਲੋਕ ਅਵਗੁਣਾ ਕੀ ਬੰਨਾ ਗੰਠੜੀ, ਇੱਕ ਪਾਸੇ ਅਵਗੁਣ ਕਰੀ ਜਾਂਦੇ ਨੇ ਔਰ ਅਵਗੁਣਾ ਦੇ ਕਾਰਨ ਦਿਨ ਰਾਤ ਬੇਚੈਨ, ਅਪਸੈਟ, ਚਿੰਤਾ, ਫਿਕਰ, ਨਿਹੋਰੇ ਗਿਲੇ ਸ਼ਿਕਵੇ ਐਂਡ ਡਰਪੋਕ ਬਣ ਕੇ ਰਹਿੰਦੇ ਹਨ। ਇਸ ਸਾਰੀ ਜੰਜਾਲ ਤੋਂ ਛੁੱਟਣ ਵਾਸਤੇ ਕੀ ਕਰਦੇ ਹਨ, ਧਾਰਮਿਕ ਕਰਮ ਕਾਂਡ ਕੇ ਪਾਖੰਡ। ਨਾਓ ਗੁਰੂ ਸਾਹਿਬ ਕੀ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੈ। ये जो तू कर्म कांड पाखंड करता है ना, इससे तेरे को सहज नहीं आएगा। कर्मी सहज न उपजे, वीण सहजे, सहज तेनू नहीं आया, वीण सहजे सहसा ना जाए। तेरा डर भी नहीं जाएगा, तेरी चिंता फिक्र भी नहीं जाएगी, तेरा तौखला खटका भी नहीं जाएगा। न जाए सहसा कितने संयम रहे, कर्म कमाए जितने मर्जी तू कर ले। एक और मुसीबत हो जाएगी, सहसा जियो जितना तू डरपोक है, जितना चिंता फिक्र करता है, सहसा जियो मलिन है मन और मैला हो जाएगा। कित संयम तो होता जाए। अच्छा सर डॉक्टर साहब बताओ, फिर मेरा मन मैला हो गया, मलिन हो गया, मैं कर्म कांड पाखंड करदा सी, हुण किवें करां? ਉਹਦੇ ਵਾਸਤੇ ਗੁਰੂ ਪਾਤਸ਼ਾਹ ਰੋਜ਼ ਕਹਿੰਦੇ ਨੇ ਨਾ, ਤੂੰ ਹੁਣ ਤੱਕ ਕੀ ਕਰਦਾ ਸੀ, ਪਾਠ ਪੜ੍ਹੇ ਔਰ ਵੇਦ ਵਿਚਾਰੋ, ਨਿਵਲ ਪੋਇ ਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅੰਗੁਰ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ कर्म ने का हार परियो स्वामी के द्वारा दीजे बुद्ध विवेका, मनु विवेका वाली बुद्ध दियो। अच्छा ऐसे छुटता है, तब विवेका बुद्ध वाले ਨੂੰ ਕਹਿੰਦੇ ਨੇ ਕਿਤ ਸੰਜਮ ਤੋਂ ਹੋਤਾ ਜਾਏ, ਕਹਿੰਦੇ ਨੇ ਮਨ ਤੋਂ ਉਹ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। सतगुर दी मत दी अगवाई ले ले, तेरा चिंता फिक्र डर तौखला सब कुछ खत्म हो जाएगा। और फायदा की हो जाएगा, सोए चिंता जाग चिंता, सोए चिंता जाग चिंता, जहाँ कहाँ प्रभु तू वर्तनता, जहाँ कहाँ प्रभु तू वर्तनता, राखा एक हमारा स्वामी। तेरा चिंता फिक्र सब कुछ दूर हो जाएगा। अचिंत दी दात जे तू लै लवें, वो अचिंत दी दात लैण वास्ते ना लोकी अवगुण और कर्म कांड करते ने और धर्म नूं उत्तों उत्तों पढ़ के समझते ने असीं रब जी नूं खुश कर लिया। बाणी कहती है संतो माखन खाया, बाकी सारी दुनिया की करती है छाछ पिए संसार। छाछ की है, कर्म कांड और पाखंड करते रहना। हिपोक्रेट आए सी और हिपोक्रेट ही रहना, चेंज ही ना होना। कान महेश हुंदा अवगुणा वाले ख्यालों नूं मारन वाला बल शक्ति। पानी हुंदा संतोखी जल, बैसंतर हुंदा साडे अंदर एक अग्नि हुंदी है, जिस अग्नि दे नाल असीं दुनियावी भोजन पचाते हैं, उहनूं जठरा अग्नि कहते हैं।
ਪਰ ਇੱਕ ਅਗਨ ਹੁੰਦੀ ਹੈ ਜਿਸ ਅਗਨ ਦੇ ਨਾਲ ਮੈਂ ਸੰਤੋਖ ਦੀ ਰੋਟੀ ਪਕਾ ਕੇ ਖਾ ਕੇ ਪਚਾਣੀ ਸਿੱਖਦਾ ਹਾਂ ਔਰ ਤ੍ਰਿਸ਼ਨਾ ਦੀ ਅਗਨ ਤੋਂ ਛੁੱਟਦਾ ਹਾਂ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕੋ ਉਧਾਰੋ। ਧਰਮ ਸਿਰਫ ਪੜ੍ਹਨ ਨਾਲ ਹੀ ਗੱਲ ਨਹੀਂ ਬਣਦੀ ਹੈ, ਵਰਨਾ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ। ਅਸੀਂ ਸਾਰੇ ਬਹੁਤ ਸੁਣਦੇ ਹਾਂ, ਹਜ਼ਾਰਾਂ ਸਾਲਾਂ ਤੋਂ ਸੁਣਦੇ ਹਾਂ, ਪੜ੍ਹਦੇ ਵੀ ਹਾਂ, ਪਤਾ ਵੀ ਸਭ ਕੁਛ ਹੈ। ਗੁਰਮਤ ਸੁਨ ਕਛ ਗਿਆਨ ਨਾ ਉਪਜਿਓ। ਹੋਰ ਮੈਂ ਕੀ ਕਰਦਾ, ਪਸ਼ ਜੋ ਉਧਰ ਭਰੂੰ। ਜੈਸੇ ਪਸ਼ੂ ਢੇਰ ਸਾਰਾ ਢਿੱਡ ਭਰ ਲੈਂਦਾ ਖਾ ਕੇ, ਮੈਂ ਇਸ ਤਰ੍ਹਾਂ ਬੜਾ ਸਾਰਾ ਧਰਮ ਸੁਣ ਵੀ ਲੈਂਦਾ ਹਾਂ, ਪਚਾਇਆ ਹੀ ਨਹੀਂ, ਖਾਧਾ ਹੀ ਨਹੀਂ ਢੰਗ ਨਾਲ, ਖਾਇਆ ओवर ईटिंग हो गई। ओवर ईटिंग की निशानी पता क्या है, तुम ऐसे क्यों करते हो, वो ऐसे क्यों चल रहा है, उसने ऐसे क्यों किया, नहीं ऐसे बताया गया है। धर्म के ठेकेदार बन जाएंगे, थां थां ते चौकीदार पुलिसमैन बन जावांगे, पर सतगुर दी मत दा संतोख दा भोजन जिसनों खा के मेरा उधार होना, जे को खावै जे को पुंचै तिसका उधारो, मेरा उधार होना सी, वो सिੱਖਿਆ नहीं। सो केते पौण पानी बैसंतर केते कान महेश वाले, ये सारे चंगे चंगे गुण ਉਹਦੇ ਅੰਦਰ। ਵਿਰਲਾ ਮਨ ਦੇ ਕਾਨ ਭਾਵ ਵੇਖ ਕੇ ਵਿਸਮਾਦ ਹੁੰਦਾ ਹੈ ਕਿ ਅਨੇਕਾਂ ਹੀ ਚੰਗੇ ਖਿਆਲ ਚੰਗੇ ਗੁਣਾਂ ਦੀ ਪਵਨ, ਸੰਤੋਖ ਜੈਸੇ ਪਾਣੀ ਦੇ ਅਨੇਕਾਂ ਗੁਣ, ਕੂੜ ਨੂੰ ਲਗਾਤਾਰ ਸਾੜਨ ਵਾਲੀ ਸ਼ਕਤੀ, ਅਗਨ ਰੂਪੀ ਬੇਅੰਤ ਗੁਣ ਨਿਜ ਕਰ ਅੰਤਰ ਆਤਮੇ ਵਿੱਚ ਉਸ ਨੂੰ ਪ੍ਰਾਪਤ ਹੁੰਦੇ ਨੇ। केते बर्मे काढ़त कड़ी है, दुनिया ने बाहर का एक ब्रह्मा सुना हुआ है। गुरु साहब कहते हैं केते बर्मे, गुरमत अंदर कॉन्सैप्ट ही की है। बर्मा का मतलब है जिथों जिस मत नूं लैके तेरे अंदर चंगे चंगे गुणां दी उत्पत्ति होंदी है, तैनूं चंगा चंगा सुभाਅ पैंदा जांदा है। चंगा सुभाਅ किवें पैंदा है, मैं सोचदा सी गालां कड्डां मेरा मैं बड़ा सुखी रहांगा, पर ਉਹਦੇ ਅੰਦਰੋਂ सुखी नहीं सी ਹੁੰਦਾ। गालां कड्ढदा सी, बाद ਵਿੱਚ अपसैट ਰਹਿੰਦਾ ਸੀ। ਔਰ ਜੇ ਅਪਸੈਟ ਹਾਂ ਤਾਂ ਦੂਜੀ ਵਾਰੀ ਹੋਰ ਢੇਰ ਗਾਲਾਂ ਕੱਢਣ ਦਾ ਦਿਲ ਵੀ ਕਰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਮੋਹ ਕਿਹਦੇ ਨਾਲ ਟੁੱਟਾ, ਮੰਦੇ ਬੋਲਾਂ ਦੇ ਨਾਲ। ਇਸ ਸ਼ਬਦ ਅੰਦਰ ਭੈੜੇ ਬੋਲਾਂ ਤੋਂ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ, ਸ਼ਬਦ ਮਤਲਬ ਹੁੰਦਾ ਹੈ ਬੋਲਣ ਦਾ ਢੰਗ, ਬੋਲ ਬਾਣੀ। ਤਿਨਕਾ ਸ਼ਬਦ ਸੱਚੈ ਸਵਾਰਿਆ। ਇਸਕਾ ਮਤਲਬ ਮੈਂ ਪਹਿਲਾਂ ਭੈੜੇ ਬੋਲ ਬੋਲਦਾ ਸੀ, ਹੁਣ ਸਤਿਗੁਰ ਦੀ ਮੱਤ ਲੈ ਕੇ ਜਦੋਂ ਮੈਂ ਸਤ ਜ਼ਬਾਨ ਨੂੰ ਠੀਕ ਕੀਤਾ ਨਾ, ਸ਼ਬਦ ਸਵਾਰਿਆ ਹੋਇਆ ਨਾ, ਤਾਂ ਪਤਾ ਕੀ ਹੋਇਆ। ਗੁਰੂ ਪਾਤਸ਼ਾਹ ਕਹਿੰਦੇ ਕਹਿਣਾ ਨਾ ਕਿ ਆਨੰਦ है, ये सही मैंने में आनंद है कि दूसरा तुमको गाली निकालो और तुम गाली ना निकालो, मन भी ना कड्डे और ਜ਼ਬਾਨ ਵੀ ਫਿਕਸ ਹੋ ਜਾਵੇ, ਸੁਭਾਅ ਦ੍ਰਿੜ ਹੋ ਜਾਵੇ। केते बर्मे काढ़त कड़ियाँ, ਉਹਦੇ ਅੰਦਰ ਅਨੇਕਾਂ ਬ੍ਰਹਮੇ ਭਾਵ ਚੰਗੇ ਚੰਗੇ ਗੁਣ, ਅਨੇਕਾਂ ਹੀ ਚੰਗੇ ਗੁਣਾਂ ਦੀ ਉਤਪੱਤੀ ਵਾਲੇ ਗੁਣ ਬ੍ਰਹਮੇ ਉਹਨੂੰ ਮਹਿਸੂਸ ਹੁੰਦੇ ਨੇ, ਜਿਨ੍ਹਾਂ ਰਾਹੀਂ ਅਨੇਕਾਂ ਰੰਗਾਂ ਦੇ ਚੰਗੇ ਚੰਗੇ ਉਸਾਰੂ ਖਿਆਲ ਜੀ ਜੰਤ ਦੀ ਉਹਦੇ ਅੰਦਰ ਕਾੜਤ ਹੁੰਦੀ ਹੈ। केते बर्मे काढ़त कड़ियाँ रूप रंग के वेश, रूप रंग के वेश ਅਸੀਂ ਆਦੇਸ਼ ਦੀ ਸੇ ਆਦੇਸ਼ ਵੀ ਜੁਗ ਜੁਗ ਇੱਕੋ ਵੇਸ਼ ਅਸੀਂ ਪੜ੍ਹ ਰਹੇ ਹਾਂ। ਉਹਨੂੰ ਅਨੇਕਾਂ ਰੰਗਾਂ ਦੀ ਸਮਝ ਆਉਂਦੀ ਹੈ। ਔਰ ਜਦੋਂ ਅਸੀਂ ਉਸ ਦਿਨ ਪੜ੍ਹ ਰਹੇ ਸਾਂ, वड्डी वड्डा अपार तेरा मरतबा रंग परंग। परंग की होंदा है, रंग तो एक सिंपल रंग है, परंग होंदा लाल और हरे नूं मिलाओ एक तीजा रंग बन जाए, नीले और पीले नूं मिलाओ एक होर रंग बन जाए, इनू परंग कहते हैं। उसनूं दुनियावी जितने जी जंतन ना अते जितनी रंगी रंगी भांति करके जिनसी है ना, ये माया जितने रंगां दी डिफरेंट डिफरेंट, उन्हां रंगां दे पिछे उन्हां दे की ख्याल ने, वो परंग बारे भी उन्होंने समझ आनी शुरू हो जाती है। केतियाँ कर्म भूमि मेर केते, केते तू उपदेश। मेर पर्वत गुणा दे खजाने रूपी चंगे गुण, तू उपदेश, तू दा उपदेश नेचल राज अनेकां चमकदे गुणा दे ख्यालां वाली सतगुर दी मत राहीं प्राप्त होंदे ने। असी इत्थे उस दिन डिस्कस कर चुके हाँ, आई थिंक 3 तरीक कि ध्रुव ਅਤੇ ਪ੍ਰਹਲਾਦ ਕੌਨਸੈਪਟ ਗੁਰਮਤਿ 'ਚ ਕੀ ਹੈ। ਸੋ ਉਹਦੇ ਅੰਦਰ ਅਨੇਕਾਂ ਧਰੂਵ ਵਾਲੇ ਗੁਣ ਚੰਗੇ ਚੰਗੇ ਪ੍ਰਾਪਤ ਹੁੰਦੇ। ਵਿਰਲੇ ਮਨ ਦੀ ਧਰਤੀ 'ਤੇ ਵਿਸ਼ਾਲ ਗੁਣਾਂ ਦੇ ਖਜ਼ਾਨੇ ਮੇਰ ਪਰਬਤ ਦੀ ਵਰਤੋਂ ਕਰਕੇ
ਨੇਚਲ ਰਾਜ ਤੋਂ ਉਪਦੇਸ਼ ਭਾਵ ਮਨ ਦੀ ਸਦੀਵੀ ਸਥਿਰਤਾ ਵਾਲਾ ਰਾਜ ਉਸ ਨੂੰ ਨੇਚਲ ਰਾਜ ਪ੍ਰਾਪਤ ਹੁੰਦਾ ਹੈ। ਆਪਣਾ ਮੁੜ ਕੇ ਨੇਚਲ ਰਾਜ ਪ੍ਰਾਪਤ ਕਰਨਾ, ਮਨ ਜੀਤੈ ਜਗਜੀਤ ਕਰਨਾ, ਅਡੋਲ ਅਵਸਥਾ ਪ੍ਰਾਪਤ ਕਰਨੀ ਔਰ ਬੈਲੈਂਸਡ ਰਹਿਣ ਵਾਲੇ ਸੁਭਾਅ ਨੂੰ ਪ੍ਰਾਪਤ ਕਰਨਾ, ਧਰੂ ਦੀ ਉਹ ਵਾਲੀ ਪਦਵੀ ਪ੍ਰਾਪਤ ਕਰਦਿਆਂ ਜਿਸ ਦੇ ਵਾਸਤੇ ਧਰੂ ਨੇ ਮੰਗ ਕੀਤੀ ਸੀ ਕਿ ਸੁਦਮ ਤੇ ਰਾਜ ਮਿਲੇ। ਸ਼ਤਰੂ ਤੇ ਸਭ ਹੋਏ ਪੁਨੀਤਾ। ਸ਼ਤਰੂ ਹੁੰਦੇ ਨੇ ਅਵਗੁਣ, ਜਮ ਮੈਨੂੰ ਸਤਾਉਂਦੇ ਨੇ, ਇਹ ਮੇਰੇ ਸਾਰੇ ਪਵਿੱਤਰ ਹੋ ਜਾਣ। ਜਦੋਂ ਸਾਡੇ ਕਾਮ ਕ੍ਰੋਧ ਲੋਭ ਅਹੰਕਾਰ ਪਵਿੱਤਰ ਹੋ ਜਾਂਦੇ ਨੇ, ਮਿੱਤਰ ਹੋ ਜਾਂਦੇ ਨੇ, ਤਾਂ ਇਹਨੂੰ ਗੁਰਬਾਣੀ ਵਿੱਚ ਕਿਹਾ ਇਹ ਵੈਰੀ ਮਿੱਤਰ ਸਭ ਕੀਤਿਆਂ। ਫਿਰ ਇਹ ਕਾਮ ਕ੍ਰੋਧ ਲੋਭ ਅਹੰਕਾਰ ਸਾਡੇ ਦਾਸ ਸੇਵਕ ਬਣ ਜਾਂਦੇ ਨੇ। ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼। ਇੰਦ ਗਿਆਨ ਦੀ ਵਰਖਾ, ਚੰਦ ਹੁੰਦਾ ਸ਼ੀਤਲਤਾ, ਸੂਰਜ ਹੁੰਦਾ ਗਿਆਨ ਦਾ ਪ੍ਰਕਾਸ਼। ਵਿਰਲਾ ਮਨ ਵਿਸਮਾਦਿਤ ਹੁੰਦਾ ਹੈ ਕਿ ਅੰਤਰ ਆਤਮਾ ਵਿੱਚ ਅਨੇਕਾਂ ਚੰਗੇ ਗੁਣਾ ਰੂਪੀ ਧਰਤੀਆਂ ਨੂੰ ਅਨੇਕਾਂ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਅਨੇਕਾਂ ਚੰਦਰਮਿਆਂ ਦੀ ਸ਼ੀਤਲਤਾ ਪ੍ਰਦਾਨ ਹੁੰਦੀ ਹੈ ਅਤੇ ਅਨੇਕਾਂ ਹੀ ਇੰਦਰ ਰੂਪੀ ਚੰਗੇ ਚੰਗੇ ਸਤਿਗੁਰ ਦੀ ਮੱਤ ਵਾਲੇ ਖਿਆਲ ਦੇ ਗਿਆਨ ਦੀ ਵਰਖਾ ਉਹਦੇ ਅੰਦਰ ਹੋਣੀ ਸ਼ੁਰੂ ਹੋ ਜਾਂਦੀ ਹੈ। ਆਮ ਤੌਰ 'ਤੇ ਕਿਹਾ ਜਾਂਦਾ ਇੰਦਰ ਵਰਖਾ ਕਾ ਰਾਜਾ। ਮਨ ਜਦੋਂ ਇੰਦਰ ਬਣਦਾ ਹੈ ਤਾਂ ਅਨੇਕਾਂ ਇੰਦਰ ਦੇ ਚੰਗੇ ਚੰਗੇ ਖਿਆਲਾਂ ਦੀ ਵਰਖਾ। ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ। ਉਹਨੂੰ ਸਹੀ ਮੈਨੇ ਵਿੱਚ ਸਤਿਗੁਰ ਦੀ ਮੱਤ ਲੈ ਕੇ ਅਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ ਦੀ ਸੁਧ ਬੁੱਧ ਪ੍ਰਾਪਤ ਹੁੰਦੀ। ਸਿੱਧ ਬੁੱਧ ਨਾਥ ਕੇਤੇ। ਨਾਥ ਕੀ ਹੁੰਦਾ ਹੈ? ਇੱਕ ਤਾਂ ਨਾਥ ਜੋਗੀਆਂ ਦਾ ਜਿਹੜਾ ਸਭ ਤੋਂ ਵੱਡਾ ਜੋਗੀ ਹੁੰਦਾ ਸੀ ਉਹਨੂੰ ਕਹਿੰਦੇ ਸੀ। ਅਸੀਂ ਮੰਨਦੇ ਹਾਂ ਕਿ ਨਾਥ ਦੁਨਿਆਵੀ ਤੌਰ 'ਤੇ ਲੋਕੀ ਦੁਨਿਆਵੀ ਜੀਵਨ ਹੀ ਸਮਝਦੇ ਨੇ, ਮੈਂ ਪਤਨੀ ਹੂੰ ਔਰ ਇਹ ਮੇਰਾ ਪਤੀ ਮੇਰਾ ਨਾਥ ਹੈ। ਔਰ ਨਾਥ ਦੀ ਇਸ ਸਟੋਰੀ ਤੋਂ ਨੱਥ ਚੱਲੀ ਸੀ ਜਿਹੜੀ ਆਮ ਤੌਰ 'ਤੇ ਬੀਬੀਆਂ ਪਾਈ ਰੱਖਦੀਆਂ ਨੇ, ਮੇਰਾ ਪਤੀ ਮੇਰੀ ਨੱਥ ਜਿਸ ਤਰ੍ਹਾਂ ਜਿਸ ਪਾਸੇ ਚਲਾਏਗਾ। ਨੱਥ ਕੌਨਸੈਪਟ ਆਇਆ ਹਾਥੀ ਤੋਂ, ਘੋੜੇ ਤੋਂ, ਉਹਨਾਂ ਨੂੰ ਨੱਥ ਪਾਈ ਜਾਂਦੀ ਹੈ ਜਿਸ ਪਾਸੇ ਟੋਰਨਾ ਹੋਵੇ। ਪਰ ਗੁਰਮਤਿ 'ਚ ਨੱਕ ਛੇਦਕ ਕੰਨ ਛੇਦਕ ਗਹਿਣੇ ਰਹਿਤ ਮਰਿਆਦਾ ਅਨੁਸਾਰ ਪ੍ਰਵਾਨ ਨਹੀਂ ਨੇ। ਗੁਰਮਤਿ ਕਹਿੰਦੀ ਹੈ ਰੱਬ ਜੀ ਨੂੰ ਆਪਣਾ ਨਾਥ ਬਣਾ ਔਰ ਰੱਬ ਜੀ ਨੂੰ ਨਾਥ ਬਣਾ ਕੇ ਆਪਣੇ ਇੰਦਰੀ ਗਿਆਨ ਇੰਦਰੀਆਂ ਦਾ ਮਨ ਨੂੰ ਨਾਥ ਬਣਾ। ਕੇਤੇ ਸਿੱਧ ਬੁੱਧ ਨਾਥ ਕੇਤੇ ਉਹਨੂੰ ਇੱਕ ਇੱਕ ਚੰਗਾ ਚੰਗਾ ਗੁਣ ਨਾਥ ਬਣਨ ਦਾ ਭਾਵ ਆਪਣੇ ਜਿਤਨੇ ਵੀ ਮਾੜੇ ਖਿਆਲ ਸੀ ਉਹਨਾਂ ਨੂੰ ਨੱਥ ਪਾਉਣ ਦੀ ਜੀਵਨੀ ਸਮਝ ਆਉਂਦੀ ਹੈ। ਕੇਤੇ ਦੇਵੀ ਵੇਸ਼, ਉਹਨੂੰ ਵਿਵੇਕ ਬੁੱਧ ਪ੍ਰਾਪਤ ਹੁੰਦੀ ਹੈ ਅਤੇ ਸਤਿਗੁਰ ਦੀ ਮੱਤ ਲੈ ਕੇ ਦੇਵੀ ਵੇਸ਼ ਹੁੰਦਾ। ਮਨ ਕੀ ਮੱਤ ਛੱਡ ਕੇ ਚੰਗੇ ਗੁਣਾਂ ਦੀ ਮੱਤ ਰੂਪੀ ਮਾਈ ਰੂਪੀ ਪ੍ਰਾਪਤ ਕਰਦਾ ਹੈ, ਉਸ ਦਾ ਚੋਲਾ ਪ੍ਰਾਪਤ ਕਰਦਾ ਹੈ, ਸਤਿਗੁਰ ਦੀ ਮੱਤ ਦਾ ਵੇਸ ਧਾਰਨ ਕਰਦਾ। ਉਹਨੂੰ ਕਹਿੰਦੇ ਨੇ ਏਕਾ ਮਾਈ। ਸਤਿਗੁਰ ਦੀ ਮੱਤ ਪ੍ਰਾਪਤ ਕਰਨਾ ਜੁਗਤ ਵਿਆਹੀ। ਜਦੋਂ ਉਹਨੂੰ ਅਮਲੀ ਤੌਰ 'ਤੇ ਜੀਂਦੇ ਹਾਂ, 3 ਚੇਲੇ ਪ੍ਰਵਾਨ। 3 ਦਾ ਮਤਲਬ 3 ਨਹੀਂ ਹੁੰਦਾ, ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਾ। 3 ਦਾ ਨੰਨੇ ਨੂੰ ਸਿਆਰੀ ਹੈ, 3 ਦਾ ਮਤਲਬ 3 ਨਹੀਂ ਹੁੰਦਾ। ਥਾਲ ਵਿੱਚ 3 ਵਸਤੂ ਪਈ, ਉਹ 3 ਦੇ ਨੰਨੇ ਨੂੰ ਸਿਆਰੀ ਹੈ, ਇਹ ਵੀ 3 ਨਹੀਂ ਹੁੰਦਾ। ਇਹ ਥਾਲ ਹੈ, ਇਹਦੇ ਵਿੱਚ ਬੇਅੰਤ ਗੁਣ ਨੇ, ਗੁਰ ਸਾਗਰ ਰਤਨੀ ਭਰਪੂਰੇ ਨੇ, ਬੇਅੰਤ ਚੰਗੇ ਚੰਗੇ ਰੱਬ ਜੀ ਦੇ ਗੁਣ ਨੇ, ਸਿਰਫ 3 ਨਹੀਂ ਹੁੰਦੇ ਨੇ। ਜਦੋਂ ਅਸੀਂ ਇਹਨੂੰ ਪੜ੍ਹਾਂਗੇ ਏਕਾ ਮਾਈ ਜੁਗਤ ਵਿਆਹੀ, 3 ਚੇਲੇ, 3 ਮਤਲਬ ਉਸ ਨੇ, ਉਹਦੇ ਵਿੱਚੋਂ ਚੇਲੇ ਹੁੰਦਾ ਚੰਗੇ ਚੰਗੇ ਗੁਣ। ਚੰਗੇ ਚੰਗੇ ਗੁਣ ਰੱਬ ਜੀ ਦੀ ਦਰਗਾਹ 'ਚ ਪ੍ਰਵਾਨ ਹੁੰਦੇ ਨੇ। ਉਹਦੇ ਨਾਲ ਸਹੀ ਮੈਨੇ ਸੰਸਾਰੀ ਬਣਨਾ ਦਾ ਇੱਕ ਸੰਸਾਰੀ, ਇੱਕ ਭੰਡਾਰੀ। ਸਤਿਗੁਰ ਦੀ ਮੱਤ ਦੇ ਭੰਡਾਰੇ ਦੀ ਸਮਝ ਆਉਂਦੀ ਹੈ ਚੰਗੇ ਗੁਣ ਕਿਵੇਂ ਲਈਦੇ। ਇੱਕ ਲਾਏ ਦੀ ਬਾਣ ਅਤੇ ਅਵਗੁਣ ਔਰ ਗੁਣਾਂ ਦੀ ਪਰਖ ਕਰਨੀ ਆ ਜਾਂਦੀ ਹੈ, ਵਿਵੇਕ ਬੁੱਧੀ ਦੀ ਸਮਝ ਆਉਂਦੀ ਹੈ, ਦੀਬਾਨ ਸਮਝ ਆ ਜਾਂਦਾ ਹੈ। ਸਦਗੁਣੀ ਦੇਵੀ ਵੇਸ ਦਾ ਚੋਲਾ ਪਾ ਕੇ ਮੱਤ ਦੇ ਧਾਰਨ ਕੀਤੀ, ਮਨ ਨੂੰ ਵਿਵੇਕ ਬੁੱਧ ਦਾ ਅਲੱਭ ਭੋਜਨ ਪ੍ਰਾਪਤ ਹੁੰਦਾ, ਬੁੱਧੀ ਦਾ ਵਿਕਾਸ ਹੁੰਦਾ ਹੈ। ਵਿਵੇਕ ਬੁੱਧੀ ਸਾਰੇ ਇੰਦਰੀ ਗਿਆਨ ਇੰਦਰੀ ਭਾਵ ਹਰ ਇੱਕ ਖਿਆਲ ਦੀ ਚਾਲਕ ਨਾਥ ਬਣ ਜਾਂਦੀ ਹੈ। ਇਹ ਵਾਲੀ ਸਾਡੀ ਪੰਕਤੀ ਸੀ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਸਾਧ ਸੰਗਤ ਜੀ, ਮੈਨੂੰ 3 ਦਿਨ ਲੱਗੇ ਨੇ ਇਹ ਧਰਮ ਖੰਡ ਦੇ ਅੰਦਰ ਐਂਟਰ ਕਰਨ ਵਾਸਤੇ। ਬਹੁਤ ਲੰਬੀ ਚੌੜੀ ਪ੍ਰੀਫੇਸ ਚਾਹੀਦੀ ਹੁੰਦੀ ਹੈ ਸਾਨੂੰ ਗੁਰਬਾਣੀ ਨੂੰ ਸਮਝਣ ਵਾਸਤੇ, ਇਸ ਕੇ ਮੈਨੂੰ ਖਿਮਾ ਕਰਨਾ। ਹੁਣ ਸਾਡਾ ਸਾਰਾ ਉਹ ਪ੍ਰੀਫੇਸ ਤਿਆਰ ਹੈ ਤਾਂ ਕਿ ਅਸੀਂ ਇਹਨਾਂ ਪੰਕਤੀਆਂ ਨੂੰ ਸਮਝ ਸਕੀਏ। ਦੇਵ ਕਹਿੰਦੇ ਨੇ ਚੰਗੇ ਚੰਗੇ ਗੁਣਾਂ ਨੂੰ, ਚੰਗੇ ਚੰਗੇ ਗੁਣਾਂ ਦੇ ਖਿਆਲਾਂ ਨੂੰ, ਚੰਗੇ ਚੰਗੇ ਗੁਣਾਂ ਦੇ ਕਮਾਏ ਹੋਏ ਸੁਭਾਅ ਨੂੰ,
ਉਹਨੂੰ ਅਸੀਂ ਕੀ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ। ਮਾਨਸ ਕੀ ਹੈ? ਮੇਰਾ ਮੈਲਾ ਮਨ। ਇਸ ਸਰੀਰ ਨੂੰ ਮਾਨਸ ਨਹੀਂ ਕਹਿੰਦੇ ਨੇ। ਇਹ ਸਰੀਰ ਤੇ ਪਰਸੂ ਮਾਨਸ ਚੰਮ ਪਲੇਟੇ ਅੰਦਰੋਂ ਕਰ ਲਿਆ। ਇਹ ਮੈਂ ਬਾਹਰੋਂ ਦੇਖਣ ਵਿੱਚ ਹਿਊਮਨ ਬੀਇੰਗ ਦੇ ਕੱਪੜੇ ਪਾਏ ਹੋਇਆ। ਇੰਗਲਿਸ਼ ਦਾ ਇੱਕ ਰਾਈਟਰ ਕਹਿੰਦਾ ਵੀ ਆਰ ਨਾਟ ਹਿਊਮਨ ਬੀਇੰਗਸ, ਰਾਦਰ ਵੀ ਆਰ ਬਿਕਮਿੰਗ ਹਿਊਮਨਸ। ਅਸੀਂ ਦਿਨੋਂ ਦਿਨ ਇਨਸਾਨ ਬਣਦੇ ਹਾਂ, ਚੰਗਾ ਇਨਸਾਨ ਬਣਦੇ ਹਾਂ, ਸੁਚੱਜਾ ਇਨਸਾਨ ਬਣਦੇ ਹਾਂ, ਸਾਕਤ ਤੋਂ ਚੰਗਾ ਇਨਸਾਨ ਬਣਨ ਦੀ ਜਾਚ ਸਿੱਖਦੇ ਹਾਂ। ਦਾਨਵ ਮੰਦੇ ਖਿਆਲਾਂ ਦੇ ਸੁਭਾਅ ਨੂੰ ਸਮਝਣਾ। ਮਨ ਉਹ ਖਿਆਲ ਜਿਨ੍ਹਾਂ ਨਾਲ ਦੁਖੀ ਵਿਆਕੁਲ ਨਹੀਂ ਹੋਈਦਾ, ਇਹਨੂੰ ਮਨ ਕਹਿੰਦੇ ਨੇ। ਕੇਤੇ ਦੇਵ ਦਾਨਵ ਮਨ ਕੇਤੇ ਰਤਨ ਸਮੁੰਦ। ਚੰਗੇ ਗੁਣਾ ਰੂਪੀ ਰਤਨਾਂ ਦਾ ਸਮੁੰਦਰ ਗੈਰ ਗੰਭੀਰਤਾ ਹਾਸਲ ਕਰਨੀ। ਇਹਨਾਂ ਬੇਅੰਤ ਗੁਣਾ ਦੇ ਬੇਅੰਤ ਸਮੁੰਦਰਾਂ ਰਾਹੀਂ ਬੇਅੰਤ ਰਚਨਾ ਉਹ ਮਾਣਦਾ ਹੈ। ਅਨੇਕਾਂ ਹੀ ਕਾਮ ਕ੍ਰੋਧ ਲੋਭ ਵਰਗੇ ਖਿਆਲ ਦਾਨਵ ਨੂੰ ਬਦਲ ਕੇ ਭਲੇ ਮਕਸਦ ਲਈ ਵਰਤਣ ਦੀ ਜਾਚ ਦੇਵ ਆ ਜਾਂਦੀ ਹੈ, ਜਿਸ ਨਾਲ ਵਿਆਕੁਲਤਾ ਤੋਂ ਮੁਕਤ ਹੋ ਜਾਈਦਾ ਹੈ। ਇਹ ਉਸ ਦੀ ਅਵਸਥਾ ਬਣਦੀ ਹੈ ਵਿਰਲਾ ਬਣਨ ਵਾਲੇ ਮਨ ਦੀ, ਜਿਉਂ-ਜਿਉਂ ਧਰਮਖੰਡ ਔਰ ਗਿਆਨਖੰਡ ਅੰਦਰ ਐਂਟਰ ਕਰਦਾ ਜਾਂਦਾ ਹੈ। ਪਹਿਲਾਂ ਸਿਰਫ ਸੁਣਿਆ ਸੀ ਉਹਨੇ, ਹੁਣ ਉਹ ਮਹਿਸੂਸ ਕਰ ਰਿਹਾ ਔਰ ਉਹਦੇ ਅੰਦਰ ਐਂਟਰ ਕਰਦਾ ਜਾ ਰਿਹਾ ਉਸ ਅਵਸਥਾ ਵਿੱਚ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਅਸੀਂ ਸਮਝਦੇ ਸਾਂ 4 ਹੀ ਖਾਣੀਆਂ ਹੁੰਦੀਆਂ ਨੇ, ਅੰਡਜ ਜੇਰਸ ਸੇਤਜ ਉਤਪੁਜ। ਗੁਰੂ ਪਾਤਸ਼ਾਹ ਜਪਜੀ ਸਾਹਿਬ ਪਹਿਲੀ ਬਾਣੀ ਔਰ ਇਹਦੇ ਵਿੱਚ ਕਹਿੰਦੇ ਨੇ ਕੇਤੀਆਂ ਸਾਧ ਸੰਗਤ ਜੀ ਇਨਫਿਨਿਟ ਹੁੰਦਾ, ਬੇਅੰਤ ਹੁੰਦਾ। ਗੁਰਮਤ ਨਹੀਂ ਮੰਨਦੀ ਕਿ ਸਾਰੀ ਸ੍ਰਿਸ਼ਟੀ ਸਿਰਫ 4 ਤਰੀਕੋਂ ਸੇ ਬਣੀ ਹੈ। ਗੁਰਮਤ 84 ਲੱਖ ਜੂਨ ਵੀ ਨਹੀਂ ਮੰਨਦੀ, ਲੇਕਿਨ ਇੱਕ ਲਫ਼ਜ਼ ਹੈ। ਅੱਜ ਸਾਇੰਸ ਨੇ ਹੋਰ ਵੀ ਖੋਜ ਲਏ ਨੇ, ਇਹ ਵੀ ਇੱਕ ਲਫ਼ਜ਼ ਹੈ। ਬੇਅੰਤਤਾ ਕਹਿਣੀ ਹੋਵੇ ਅਨੇਕਾਂ ਜੂਨਾਂ ਨੂੰ ਤਾਂ 84 ਲੱਖ ਜੂਨ ਕਹਿੰਦੇ ਆ। ਔਰ ਕੇਤੀਆਂ ਖਾਣੀ, ਕੁਦਰਤ 'ਚ ਅਨੇਕਾਂ ਜੀਆਂ ਜਨਤਾ ਦੇ ਗੁਣਾਂ ਨੂੰ ਉਹ ਸਿੱਖਦਾ ਹੈ। ਕੇਤੀਆਂ ਖਾਣੀ, ਕੇਤੀਆਂ ਬਾਣੀ, ਸੱਚ ਦਾ ਗਿਆਨ ਉਹਨਾਂ ਸਾਰਿਆਂ ਵਿੱਚੋਂ ਲੈਂਦਾ ਹੈ। ਕੁੱਤੇ ਮੇਂ ਅੱਛਾ ਗੁਣ ਕਿਆ ਹੈ, ਲੈਂਦਾ ਹੈ। ਬਿੱਲੀ ਮੇਂ ਅੱਛਾ ਗੁਣ ਕਿਆ ਹੈ, ਲੈਂਦਾ ਹੈ। ਸੱਪ ਮੇਂ ਅੱਛਾ ਗੁਣ ਕਿਆ ਹੈ, ਲੈਂਦਾ ਹੈ। ਪੇੜਾਂ ਵਿੱਚ ਅੱਛਾ ਗੁਣ ਕੀ ਹੈ, ਲੈਂਦਾ ਹੈ। ਕੇਤੀਆਂ ਖਾਣੀ, ਕੇਤੀਆਂ ਬਾਣੀ ਉਹਨਾਂ ਦੀ ਸਮਝਦਾ। ਨਰਿੰਦ ਗੁਣਾ ਰੂਪੀ ਗਾਂ ਦਾ ਰਖਵਾਲਾ ਬਣਦਾ ਹੈ। ਜਿਹੜੇ ਮੇਰੇ ਮਨ ਕਿਸ਼ਨ ਨੂੰ ਜਿਸ ਗਾਂ ਦਾ ਦੁੱਧ ਪਿਲਾਇਆ ਜਾਂਦਾ ਹੈ, ਉਹ ਵਾਲੀ ਮੱਤ ਲੈਂਦਾ ਹੈ, ਉਸ ਦਾ ਰਖਵਾਲਾ ਬਣਦਾ ਜਾਂਦਾ। ਉਹਨੂੰ ਨਰਿੰਦ ਕਹਿੰਦੇ ਨੇ। ਮੈਂ ਬਾਹਰਲੇ ਦੁਨੀਆ ਜਿਹੜੇ ਸੋ ਕਾੜ ਇਹਨਾਂ ਲਫ਼ਜ਼ਾਂ ਦੇ ਮਿਥਿਹਾਸ ਨੂੰ ਮੰਨਦੀ ਹੈ, ਮੈਂ ਉਹਦੀ ਗੱਲ ਨਹੀਂ ਕਰ ਰਿਹਾ। ਗੁਰਮਤਿ 'ਚ ਇਹਨਾਂ ਦਾ ਕੀ ਪਰਿਪੇਖ ਹੈ, ਉਹਦੀ ਗੱਲ ਕਰ ਰਿਹਾ। ਵਿਰਲਾ ਮਨ ਕੁਦਰਤ ਦੇ ਨਿਯਮਾਂ ਨੂੰ ਆਪਣੇ ਸੁਭਾਅ 'ਚ ਪਕਾਉਣ ਲਈ ਉਦਮ ਕਰਦਾ ਹੈ। ਖਾਣੀਆਂ ਸੱਚ ਦੇ ਗਿਆਨ ਦੀ ਬਾਣੀ ਉਹਨਾਂ ਬਾਰੇ ਸਮਝਦਾ, ਓਤ ਪ੍ਰੋਤ ਰੱਖਦਾ ਆਪਣੇ ਆਪ ਨੂੰ। ਐਸੇ ਦੈਵੀ ਸੁਭਾਅ ਵਾਲੇ ਨਰਿੰਦ ਦੀ ਧਰਤੀ ਵਿਕਾਰਾਂ ਹੱਥੀ ਲੁੱਟੀ ਨਹੀਂ ਜਾਂਦੀ, ਕਿਉਂਕਿ ਉਹਨਾਂ ਨੂੰ ਨਿਰੰਤਰ ਦੁੱਧ ਪਿਲਾਉਂਦਾ ਰਹਿੰਦਾ ਹੈ, ਆਪਣੇ ਕਾਨ ਨੂੰ, ਆਪਣੇ ਮਨ ਰੂਪੀ ਕ੍ਰਿਸ਼ਨ ਨੂੰ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਸੁਰਤੀਆਂ ਆਪਣੇ ਟੀਚੇ, ਆਪਣੇ ਏਮ ਵੱਲ ਲੱਗੇ ਰਹਿਣਾ, ਰੱਬੀ ਮਿਲਣ 'ਤੇ ਧਿਆਨ ਟਿਕਾਈ ਰੱਖਣਾ। ਲੋਕੀ ਪੁੱਛਦੇ ਨੇ ਧਿਆਨ ਨਹੀਂ ਟਿਕਦਾ, ਸੁਰਤ ਨਹੀਂ ਟਿਕਦੀ। ਆਪਣੇ ਮਾਰਗ 'ਤੇ ਟੁਰੀ ਜਾਈਏ ਨਾ, ਗੁਰਮਤਿ ਇਹਨੂੰ ਸੁਰਤ ਟਿਕਾਣਾ ਕਹਿੰਦੀ ਹੈ। ਨਾ ਇੱਧਰ ਦੇਖਣਾ ਨਾ ਇੱਧਰ ਦੇਖਣਾ, ਸਿੱਧਾ ਆਪਣੇ ਮਾਰਗ 'ਤੇ ਟੁਰੀ ਜਾਣਾ, ਇਹਨੂੰ ਸੁਰਤ ਕਹਿੰਦੀ ਹੈ। ਮੈਡੀਟੇਸ਼ਨ ਨੂੰ ਸੁਰਤ ਟਿਕਾਣਾ ਨਹੀਂ ਕਹਿੰਦੇ ਨੇ। ਪਾਠ ਕਰ ਰਹੇ ਹਾਂ, ਪਾਠ ਵਿੱਚ ਮਨ ਨਹੀਂ ਲੱਗਦਾ, ਸੁਰਤ ਨਹੀਂ ਟਿਕੀ। ਪਾਠ ਨੂੰ ਸਮਝ ਕੇ ਕਰੋ, ਸੁਰਤ ਟਿਕਾਣੀ ਨਹੀਂ ਪੈਂਦੀ, ਟਿਕ ਜਾਂਦੀ ਹੈ। ਲੋਕੀ ਮੈਨੂੰ ਕਹਿੰਦੇ ਨੇ ਪਾਠ ਕਰਦੀਆਂ ਹਾਂ ਨੀਂਦਰ ਆ ਜਾਂਦੀ ਹੈ। ਪਾਠ ਅੱਖਾਂ ਖੋਲ੍ਹਦਾ ਹੈ, ਨੀਂਦਰ ਨਹੀਂ ਆਉਂਦੀ ਹੈ। ਤੁਸੀਂ ਸਮਝਦੇ ਹੋ ਜਦੋਂ ਮੈਂ 51 ਪਾਠ ਕਰਦੀ ਹਾਂ ਨਾ, ਇਸੀ ਬਹਾਨੇ ਨੀਂਦਰ ਆ ਜਾਂਦੀ ਹੈ, ਐਵੇਂ ਮੈਨੂੰ ਨੀਂਦਰ ਨਹੀਂ ਸੀ ਆਉਂਦੀ। ਇਹ ਨੀਂਦਰ ਤਾਂ ਇੱਕ ਗੋਲੀ ਨਾਲ ਵੀ ਆ ਜਾਂਦੀ ਹੈ। ਚਵਾਨੀ ਦੀ ਇੱਕ ਗੋਲੀ ਖਰੀਦੋ, ਉਹਦੇ ਨਾਲ ਵੀ ਆ ਜਾਏਗੀ। ਪਾਠ ਕਰਕੇ ਨੀਂਦਰ ਆਉਂਦੀ ਹੈ, ਤੁਹਾਡਾ ਆਪਣਾ ਮਨ ਦਾ ਖਿਆਲ ਹੈ। ਪਰ ਪਾਠ ਜਾਗਣਾ ਸਿਖਾਉਂਦਾ ਹੈ। ਜਾਗ ਰੇ ਮਨ ਜਾਗਨ ਹਾਰੇ ਸਿਖਾਉਂਦਾ ਹੈ। ਇਸ ਗ੍ਰਹਿ ਮੇਂ ਕੋਈ ਜਾਗਤ ਰਹਿੰਦੀ ਅਵਸਥਾ ਸਿਖਾਉਂਦਾ ਹੈ ਪਾਠ। ਕੇਤੀਆਂ ਸੁਰਤੀ ਸੇਵਕ ਕੇਤੇ, ਟਰੁੱਥ ਨੂੰ ਫੋਲੋ ਕਰਦਾ ਅਤੇ ਟੀਚੇ 'ਤੇ ਪਹੁੰਚਣ ਲਈ ਮਦਦ ਲੈਣ ਦੇ ਖਿਆਲ ਬਣਾਉਂਦਾ, ਸੇਵਕ ਬਣ ਜਾਂਦਾ ਹੈ।
ਜਨ ਬਣ ਜਾਂਦਾ ਹੈ। ਕੱਲ ਅਸੀਂ ਇਹ ਪੜ੍ਹਿਆ ਸੀ, ਧੀਰੋਂ ਦੇਖ ਤੁਮਾਰੇ ਰੰਗਾ, ਤੂੰ ਹੀ ਸੁਆਮੀ ਅੰਤਰਜਾਮੀ, ਤੂੰ ਹੀ ਵਸੈ ਸਾਧ ਕੈ ਸੰਗਾ। ਸਾਧ ਮਤਲਬ ਕੋਈ ਸਰੀਰਕ ਮਨੁੱਖ ਨਹੀਂ ਹੁੰਦਾ, ਸਾਧ ਹੁੰਦਾ ਚੰਗੇ ਚੰਗੇ ਗੁਣ। ਚੰਗੇ ਚੰਗੇ ਗੁਣਾਂ ਦੇ ਵਿੱਚ ਰੱਬ ਜੀ ਵਸਦੇ ਨੇ, ਚੰਗੇ ਚੰਗੇ ਗੁਣਾਂ ਦੇ ਨਾਲ ਰੱਬ ਜੀ ਵਸਦੇ ਨੇ। ਤੂੰ ਹੀ ਵਸੈ ਸਾਧ ਕੈ ਸੰਗਾ। ਉਹ ਜਦੋਂ ਐਸਾ ਤੂੰ ਹੀ ਸੁਆਮੀ ਅੰਤਰਜਾਮੀ, ਤੂੰ ਹੀ ਵਸੈ ਸਾਧ ਕੇ ਸੰਗਾ, ਉਹ ਜਦੋਂ ਐਸੇ ਵਾਲਾ ਸੇਵਕ ਬਣਦਾ ਨਾ, ਤਾਂ ਉਹ ਕਹਿੰਦਾ ਮੈਂ ਇਹ ਸੇਵਕ ਬਣਨ ਦੀ ਮੱਤ 'ਤੇ ਲੈਣ ਆਇਆ ਸੀ। ਤਾਂ ਹੀ ਉਹ ਕਹਿੰਦਾ ਗੋਪਾਲ ਤੇਰਾ ਆਰਤਾ। ਆਰਤਾ ਹੁੰਦਾ ਸੇਵਕ, ਜਨ ਮੰਗਤਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ। ਉਹ ਸੇਵਕ ਬਣਦਾ ਹੈ, ਜੋ ਕਹੋਗੇ मैं वो बनूंगा, पर मैं आपकी मत लेने आया हूँ। घर की गीहन चंगी, मैं मत मंगण आया। जन धन्ना लेवै ਮੰਗੀ, ਮੈਨੂੰ ਸੁਮਤ ਦੇ ਦਿਓ। ਸੁਮਤ ਮੰਗਦਾ। ਸੁਰਤ ਵਿੱਚ ਰੱਬੀ ਗੁਣਾਂ ਦਾ ਪ੍ਰਵਾਹ ਚੱਲਣ ਸਦਕਾ ਵਿਰਲਾ ਮਨ ਦਾ ਸੁਭਾਅ ਨਿਮਰਤਾ, ਮਿਠਾਸ, ਸ਼ੀਤਲਤਾ ਵਾਲਾ ਬਣਦਾ ਜਾਂਦਾ ਹੈ। ਬੇਅੰਤ ਚੰਗੇ ਗੁਣ ਉਹ ਪ੍ਰਾਪਤ ਕਰਦਾ ਹੈ। ਇਸ ਨੂੰ ਕਹਿੰਦੇ ਨੇ ਅੰਤ ਨਾ ਅੰਤ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। 35ਵੀਂ ਇਸ ਪੌੜੀ ਦਾ ਸਾਰ ਕੀ ਨਿਕਲਿਆ? ਧਰਮਖੰਡ ਦੀ ਅਵਸਥਾ ਵਿੱਚ ਸੁਰਤ ਮਤ ਮਨ ਬੁੱਧ ਨੂੰ ਘੜਨ ਦਾ ਗਿਆਨ ਵਿਰਲੇ ਮਨ ਨੂੰ ਪ੍ਰਾਪਤ ਹੁੰਦਾ ਹੈ। ਉਹ ਇਸ ਨੂੰ ਰੀਅਲੀ ਪ੍ਰੈਕਟਿਸ ਕਰਕੇ ਮਾਣਦਾ ਹੈ, ਜਿਸ ਦਾ ਸਦਕਾ ਉਸ ਨੂੰ ਬੇਅੰਤ ਚੰਗੇ ਗੁਣਾਂ ਦਾ ਸੁਭਾਅ ਸਹਿਜੇ ਹੀ ਪੱਕ ਜਾਂਦਾ ਹੈ। ਉਸ ਨੂੰ ਸਪਰੈਸ ਨਹੀਂ ਕਰਨਾ ਪੈਂਦਾ ਮੰਦੇ ਖਿਆਲਾਂ ਨੂੰ, ਮੰਦੇ ਸੁਭਾਅ ਨੂੰ। ਉਹਨੂੰ ਮੰਦੇ ਖਿਆਲ ਔਰ ਸੁਭਾਅ ਫੁਰਦੇ ਹੀ ਨਹੀਂ ਹਨ। ਇਹਨਾਂ ਗੁਣਾਂ ਦੇ ਸੁਭਾਅ ਨੂੰ ਸਦੀਵੀ ਅਮਲ ਵਿੱਚ ਲਿਆਉਣ ਦਾ ਉਦਮ, ਮਿਹਨਤ, ਸ਼ਰਮ, ਮਸ਼ੱਕਤ ਵਿਰਲਾ ਮਨ ਕਰਦਾ ਹੈ ਤਾਂ ਸ਼ਰਮ ਖੰਡ ਦੀ ਅਵਸਥਾ ਵਿੱਚ ਐਂਟਰ ਕਰਦਾ ਹੈ।